अपना अज का देखो जो टॉपिक है वो है अपना ऑर्गेनिक कंपाउंड कंटेनिंग हैलोजेंस। ਤਾਂ ਜਿਹਦੇ ਵਿੱਚ ਆਪਾਂ ਕੀ ਸਟੱਡੀ ਕਰਾਂਗੇ ਬੇਸਿਕਲੀ ਤੁਹਾਡੇ ਹੈਲੋ ਐਲਕੇਨਸ ਐਂਡ ਹੈਲੋ ਐਰੀਨਸ ਹੈਲੋ ਐਰੀਨਸ ਆਪਾਂ ਇਹ ਚੀਜ਼ ਸਟੱਡੀ ਕਰਨੀ ਹੈ। ਦੇਖੋ ਨਾ ਤਾਂ ਤੁਹਾਡੇ ਲਈ ਵਰਡ ਹੈਲੋ ਨਵਾਂ ਹੈ, ਨਾ ਤੁਹਾਡੇ ਲਈ ਵਰਡ ਹੈਲੋ ਐਲਕੇਨ ਨਵਾਂ ਹੈ, ਨਾ ਹੀ ਹੈਲੋ ਐਰੀਨਸ ਨਵਾਂ ਹੈ। ਆਪਾਂ ਆਲਰੇਡੀ ਇੱਥੇ ਹੈਲੋ ਐਲਕੇਨ ਤੇ ਤੁਹਾਡਾ ਇੱਥੇ ਹੈਲੋ ਐਰੀਨ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਅਰੀਨਸ ਕਿਹਨਾਂ ਨੂੰ ਬੋਲਦੇ ਨੇ ਤੇ ਐਲਕੇਨਸ ਕੀ ਹੁੰਦੇ ਨੇ। ਤਾਂ ਬਟ ਫਿਰ ਵੀ ਬਰੀਫਲੀ ਜੇ ਆਪਾਂ ਦੇਖ ਲੈਂਦੇ ਹਾਂ ਕਿ ਇੱਥੇ ਹੈਲੋ ਐਲਕੇਨ ਦਾ ਮਤਲਬ ਕੀ ਹੈ। ਤਾਂ ਹੈਲੋ ਐਲਕੇਨ ਕੀ ਹੁੰਦੇ ਨੇ ਤੁਹਾਡੇ ਹੈਲੋਜਨ ਡੈਰੀਵੇਟਿਵ ਆਫ ਐਲਕੇਨ। ਇਹ ਕੀ ਹੁੰਦੇ ਨੇ ਤੁਹਾਡੇ ਹੈਲੋਜਨ ਡੈਰੀਵੇਟਿਵ ਆਫ ਐਲਕੇਨ। ਐਲਕੇਨ ਦੇ ਉੱਪਰ ਅਗਰ ਤੁਸੀਂ ਇੱਕ ਹਾਈਡਰੋਜਨ ਨੂੰ ਰਿਪਲੇਸ ਕਰ ਦੋਗੇ ਤੁਹਾਡੇ ਹੈਲੋਜਨ ਐਟਮ ਦੇ ਨਾਲ ਤਾਂ ਉੱਥੇ ਤੁਹਾਡਾ ਕੀ ਬਣਦਾ ਹੈ ਹੈਲੋ ਐਲਕੇਨ ਦੀ ਫਾਰਮੇਸ਼ਨ ਹੁੰਦੀ ਹੈ। ਫੋਰ ਐਗਜ਼ਾਮਪਲ ਅਗਰ ਮੰਨ ਲਓ ਤੁਹਾਡੇ ਕੋਲ ਆਹ ਇੱਕ ਐਲਕੇਨ ਹੈ ਜਿਸ ਦਾ ਜਨਰਲ ਫਾਰਮੂਲਾ ਕੀ ਹੁੰਦਾ ਹੈ CnH2n+2। ਅਗਰ ਤੁਸੀਂ ਇਸ ਦੇ ਵਿੱਚ ਇੱਕ ਹਾਈਡਰੋਜਨ ਨੂੰ ਰਿਪਲੇਸ ਕਰਦੇ ਹੋ ਵਿਦ ਯੂਅਰ ਹੈਲੋਜਨ ਐਟਮ X ਤਾਂ ਤੁਹਾਡੇ ਕੋਲ ਇੱਥੇ ਕੀ ਬਣੇਗਾ RX। ਤਾਂ ਉਹਦਾ ਜਨਰਲ ਫਾਰਮੂਲਾ ਕੀ ਹੋ ਜਾਏਗਾ ਦੇਖੋ ਇੱਕ ਹਾਈਡਰੋਜਨ ਘਟਾਈ ਹੈ ਤਾਂ ਤੁਹਾਡੇ ਕੋਲ ਹਾਈਡਰੋਜਨਸ ਕਿੰਨੀਆਂ ਰਹਿ ਜਾਣਗੀਆਂ H2n+1। ਇੱਕ ਹੈਲੋਜਨ ਐਡ ਹੋ ਰਿਹਾ ਹੈ ਤਾਂ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਹੈਲੋ ਐਲਕੇਨ। ਧਿਆਨ ਰੱਖਣਾ R ਕੀ ਹੈ ਤੁਹਾਡਾ ਇੱਥੇ ਐਲਕਾइल ग्रुप है, R शुड बी योर एल्काइल ग्रुप। ਤਾਂ ਜੋ ਤੁਹਾਡਾ ਇੱਕ ਹਾਈਡਰੋਜਨ ਨੂੰ ਰਿਪਲੇਸ ਕਰਨ ਤੇ ਹੈਲੋਜਨ ਇੱਕ ਹਾਈਡਰੋਜਨ ਨੂੰ ਜਦੋਂ ਤੁਸੀਂ ਹੈਲੋਜਨ ਨਾਲ ਰਿਪਲੇਸ ਕਰਦੇ ਹੋ ਤਾਂ ਜੋ ਤੁਹਾਡੇ ਕੋਲ ਬਣਦਾ ਹੈ ਕੰਪਾਊਂਡ ਉਹਨੂੰ ਆਪਾਂ ਬੋਲਦੇ ਹਾਂ ਤੁਹਾਡਾ ਹੈਲੋ ਐਲਕੇਨ। ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਹੈਲੋ ਐਲਕੇਨ। ਸਿਮਿਲਰਲੀ ਜੋ ਤੁਹਾਡੇ ਹੈਲੋ ਐਰੀਨਸ ਹੁੰਦੀਆਂ ਨੇ ਤਾਂ ਹੈਲੋ ਐਰੀਨ ਦਾ ਮਤਲਬ ਕੀ ਹੈ ਐਰੀਨ ਦਾ ਮਤਲਬ ਕੀ ਹੁੰਦਾ ਸਾਈਕਲਿਕ ਸਟਰਕਚਰ ਹੈ ਨਾ। ਹੈਰੀਨ ਦਾ ਮਤਲਬ ਕੀ ਹੁੰਦਾ ਹੈ ਤੁਹਾਡਾ ਸਾਈਕਲਿਕ ਸਟਰਕਚਰ ਜਿਨ੍ਹਾਂ ਨੂੰ ਆਪਾਂ ਅਰਾਈਲ ਹੈਲਾਈਡਸ ਵੀ ਬੋਲ ਦਿੰਦੇ ਹਾਂ ਤਾਂ ਜਦੋਂ ਤੁਹਾਡੇ ਇੱਕ ਬੈਂਜ਼ੀਨ ਰਿੰਗ ਦੇ ਨਾਲ ਹੈਲੋਜਨ ਡਾਇਰੈਕਟਲੀ ਅਟੈਚਡ ਹੁੰਦਾ ਹੈ ਤਾਂ ਉਹਨਾਂ ਨੂੰ ਤੁਸੀਂ ਅਰਾਈਲ ਹੈਲਾਈਡਸ ਜਾਂ ਉਹਨਾਂ ਨੂੰ ਤੁਸੀਂ ਹੈਲੋ ਐਰੀਨਸ ਬੋਲਦੇ ਹੋ। ਮੰਨ ਲਓ ਇਸ ਨੂੰ ਹੁਣ ਤੁਸੀਂ ਕੀ ਬੋਲੋਗੇ ਹੈਲੋ ਬੈਂਜ਼ੀਨ। ਸੋ ਦਿਸ ਇਜ਼ ਦਾ ਬੇਸਿਕਲੀ ਦਾ ਹੈਲੋ ਐਲਕੇਨ ਐਂਡ ਹੈਲੋ ਐਰੀਨਸ। ਤਾਂ ਆਪਣਾ ਪੂਰੇ ਚੈਪਟਰ ਦੇ ਵਿੱਚ ਆਪਾਂ ਹੈਲੋ ਐਲਕੇਨ ਤੇ ਹੈਲੋ ਐਰੀਨਸ ਬਾਰੇ ਹੀ ਡਿਸਕਸ਼ਨ ਕਰਾਂਗੇ। ਜਿੱਦਾਂ ਕਿ ਦੇਖੋ ਆਪਾਂ ਪੜ੍ਹਿਆ ਹੈ ਕਿ ਜੋ ਤੁਹਾਡੇ ਪ੍ਰਾਇਮਰੀ ਕਾਰਬਨ ਕੀ ਹੁੰਦੇ ਨੇ, ਸੈਕੰਡਰੀ ਕਾਰਬਨ ਕੀ ਹੁੰਦੇ ਨੇ, ਟਰਸ਼ਰੀ ਕਾਰਬਨ ਕੀ ਹੁੰਦੇ ਨੇ, ਉਸੇ ਤਰ੍ਹਾਂ ਆਪਾਂ ਇੱਥੇ ਡਿਸਕਸ ਕਰਾਂਗੇ ਇਹਨਾਂ ਅਲਕਾਈਲ ਹੈਲਾਈਡਸ ਜਾਂ ਤੁਹਾਡੇ ਹੈਲੋ ਅਰੀਨਸ ਦੀ ਆਪਾਂ ਕੀ ਕਰਾਂਗੇ ਡਿਸਕਸ਼ਨ ਕਰਾਂਗੇ ਕਿ ਇਹਨਾਂ ਨੂੰ ਆਪਾਂ ਕਿੱਦਾਂ ਕਲਾਸੀਫਾਈ ਕਰ ਸਕਦੇ ਹਾਂ ਔਨ ਦਾ ਬੇਸਿਸ ਆਫ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਹੈਲੋ ਐਲਕੇਨਸ। ਤਾਂ ਇਹਨੂੰ ਤੁਸੀਂ ਲਿਖ ਸਕਦੇ ਹੋ ਇੱਥੇ ਕਲਾਸੀਫਿਕੇਸ਼ਨ। ਆਪਾਂ ਇਹਨਾਂ ਦੀ ਕਲਾਸੀਫਿਕੇਸ਼ਨ ਕਰਾਂਗੇ ਠੀਕ ਹੈ ਔਨ ਦਾ ਬੇਸਿਸ ਕਿ ਉਹ ਕਿਸ ਕਾਰਬਨ ਦੇ ਨਾਲ ਅਟੈਚ ਨੇ, ਪ੍ਰਾਇਮਰੀ ਕਾਰਬਨ ਦੇ ਨਾਲ, ਸੈਕੰਡਰੀ ਦੇ ਨਾਲ ਜਾਂ ਟਰਸ਼ਰੀ ਦੇ ਨਾਲ। ਫॉर एग्जांपल ਲੈਟ ਅਸ ਕੰਸੀਡਰ ਕਿ ਇੱਥੇ ਜੋ ਤੁਹਾਡਾ ਐਲਕੇਨ ਹੈ ਦਿਸ ਇਜ਼ ਯੂਅਰ ਸਿਸਟਮ ਤੇ ਆ ਤੁਹਾਡਾ ਇੱਥੇ ਹੈਲੋਜਨ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਤੁਹਾਡਾ ਇੱਥੇ ਹੈਲੋਜਨ ਹੈ ਉਹ ਡਾਇਰੈਕਟਲੀ ਤੁਹਾਡੇ ਕਿਸ ਕਾਰਬਨ ਦੇ ਨਾਲ ਅਟੈਚਡ ਹੈ ਤੁਹਾਡੇ ਪ੍ਰਾਇਮਰੀ ਕਾਰਬਨ ਦੇ ਨਾਲ ਅਟੈਚਡ ਹੈ। ਤਾਂ ਇਸ ਨੂੰ ਆਪਾਂ ਕੀ ਬੋਲਾਂਗੇ ਤੁਹਾਡਾ ਪ੍ਰਾਇਮਰੀ ਹੈਲੋ ਐਲਕੇਨ। ਇਸ ਨੂੰ ਤੁਸੀਂ ਕੀ ਬੋਲੋਗੇ ਆਪਣਾ ਪ੍ਰਾਇਮਰੀ ਹੈਲੋ ਐਲਕੇਨ। सिमिलरली अगर थोड़ा जो हाइड्रोजन है वो थोड़ा डायरेक्टली थोड़े सैकेंडरी कार्बन ਦੇ ਨਾਲ ਅਟੈਚਡ ਹੁੰਦਾ ਹੈ ਜਿਵੇਂ ਕਿ ਥੋੜਾ ਇੱਥੇ ਆਹ ਵਾਲਾ ਕਾਰਬਨ ਕੀ ਹੈ ਸੈਕੰਡਰੀ ਕਾਰਬਨ ਹੈ ਤਾਂ ਉਸ ਨੂੰ ਆਪਾਂ ਬੋਲਾਂਗੇ ਤੁਹਾਡਾ ਸੈਕੰਡਰੀ ਹੈਲੋ ਐਲਕੇਨ। ਉਸ ਨੂੰ ਆਪਾਂ ਬੋਲਾਂਗੇ ਤੁਹਾਡਾ ਸੈਕੰਡਰੀ ਹੈਲੋ ਐਲਕੇਨ। ਸਿਮਿਲਰਲੀ ਅਗਰ ਜੋ ਤੁਹਾਡਾ ਹੈਲੋਜਨ ਐਟਮ ਹੈ ਉਹ ਡਾਇਰੈਕਟਲੀ ਤੁਹਾਡੇ ਟਰਸ਼ਰੀ ਕਾਰਬਨ ਦੇ ਨਾਲ ਅਟੈਚਡ ਹੈ ਜਿੱਦਾਂ ਕਿ ਤੁਹਾਡਾ ਆਹ ਕਾਰਬਨ ਟਰਸ਼ਰੀ ਹੈ ਤਾਂ ਇਸ ਨੂੰ ਆਪਾਂ ਬੋਲਾਂਗੇ ਤੁਹਾਡਾ tertiary haloalkane. So this is the classification of your halokane on the basis कि जो थोड़ा halogen है वो किस कार्बन एटम ਦੇ ਨਾਲ directly attached है ਤਾਂ ਉਹਨਾਂ ਨੂੰ ਉਸ basis ਤੇ ਆਪਾਂ primary haloalkane, secondary haloalkane ਤੇ tertiary haloalkane ਦੀ category ਦੇ ਵਿੱਚ ਕੀ ਕਰਦੇ ਹਾਂ divide ਕਰਦੇ ਹਾਂ। ਦੇਖੋ ਹੁਣ ਕਿਸੇ ਵੀ ਚੀਜ਼ ਨੂੰ ਦੇਖੋ ਆਪਾਂ ਇਹਨਾਂ ਦੀ ਡੈਫੀਨੇਸ਼ਨ ਪੜ੍ਹ ਲਈ ਕਿ ਹੈਲੋ ਐਲਕੇਨਸ ਕਿਹਨਾਂ ਨੂੰ ਕਹਿੰਦੇ ਨੇ, ਹੈਲੋ ਐਰੀਨਸ ਕਿਹਨਾਂ ਨੂੰ ਕਹਿੰਦੇ ਨੇ ਹਨਾ। ਹੁਣ ਆਪਾਂ ਡਿਸਕਸ਼ਨ ਕਰਦੇ ਹਾਂ ਕਿ ਦੇਖੋ ਜੋ ਇਹਨਾਂ ਦੇ ਵਿੱਚ ਪ੍ਰਾਇਮਰੀ ਜੋ ਕੰਸਰਨ ਹੈ ਤੁਹਾਡਾ ਉਹ ਕੀ ਹੈ ਤੁਹਾਡਾ ਕਾਰਬਨ ਤੇ ਹੈਲੋਜਨ ਦਾ ਬੌਂਡ ਹੈ। ਤਾਂ ਆਪਾਂ ਹੁਣ ਸਭ ਤੋਂ ਪਹਿਲਾਂ ਇੱਥੇ ਡਿਸਕਸ ਕਰਾਂਗੇ ਅਬਾਊਟ ਦਾ ਨੇਚਰ ਆਫ ਬੌਂਡ, ਨੇਚਰ ਆਫ CX ਬੌਂਡ ਕਿ ਜੋ ਤੁਹਾਡਾ ਕਾਰਬਨ ਤੇ ਹੈਲੋਜਨ ਦਾ ਇੱਥੇ ਬੌਂਡ ਹੈ ਉਸਦਾ ਨੇਚਰ ਕਿਦਾਂ ਦਾ ਹੈ ਉਹ ਕਿਦਾਂ ਬਿਹੇਵ ਕਰੇਗਾ। ਬਿਕੋਜ਼ ਜਿੰਨੇ ਵੀ ਤਰ੍ਹਾਂ ਦੀਆਂ ਕੈਮੀਕਲ ਰਿਐਕਸ਼ਨਸ ਇਹ ਦੇਗਾ that
entirely depends upon your CX bond ਕਿ ਜੋ CX bond ਹੈ ਉਹ ਕਿਦਾਂ ਦਾ behave ਕਰਦਾ ਹੈ। ਤਾਂ ਤੁਸੀਂ ਦੇਖੋ ਜੋ ਤੁਹਾਡਾ CX bond ਹੈ, ਜੋ ਵੀ ਇੱਥੇ alkyl group, ਜੋ ਵੀ ਤੁਹਾਡਾ carbon group attached ਹੈ, ਤੁਹਾਨੂੰ ਪਤਾ ਹੈ ਹੈਲੋਜਨ ਕੀ ਹੁੰਦਾ ਹੈ ਤੁਹਾਡਾ ਇਲੈਕਟ੍ਰੋਨੈਗੇਟਿਵ। ਤਾਂ ਇਲੈਕਟ੍ਰੋਨੈਗੇਟਿਵ ਹੋਣ ਕਰਕੇ ਇਹਦੇ ਉੱਪਰ ਚਾਰਜ ਕੀ ਹੋਏਗਾ ਤੁਹਾਡਾ ਡੈਲਟਾ ਨੈਗੇਟਿਵ। ਤੇ ਇਹ ਇਲੈਕਟ੍ਰੋਨ ਨੂੰ ਆਪਣੀ ਤਰਫ ਅਟਰੈਕਟ ਕਰੇਗਾ, ਜਿਸ ਕਰਕੇ ਜੋ ਤੁਹਾਡਾ ਕਾਰਬਨ ਹੈ ਉਸ ਤੇ ਚਾਰਜ ਕੀ ਹੋਏਗਾ ਤੁਹਾਡਾ ਡੈਲਟਾ ਪੋਜ਼ਿਟਿਵ। ਸੋ ਦੈਟ ਮੀਨਸ ਯੂ, ਤੁਸੀਂ ਕੀ ਕਹਿ ਸਕਦੇ ਹੋ ਕਿ ਜੋ ਤੁਹਾਡਾ ਕਾਰਬਨ ਤੇ ਹੈਲੋਜਨ ਦਾ ਬੌਂਡ ਹੈ ਉਹ ਕੀ ਹੁੰਦਾ ਹੈ ਤੁਹਾਡਾ ਪੋਲਰ ਨੇਚਰ ਨੂੰ ਸ਼ੋ ਕਰਦਾ ਹੈ, ਜਿਹਦੇ ਵਿੱਚ ਕਾਰਬਨ ਤੇ ਪੋਜ਼ਿਟਿਵ ਚਾਰਜ ਹੁੰਦਾ ਹੈ ਤੇ ਜੋ ਤੁਹਾਡਾ ਹੈਲੋਜਨ ਹੈ ਉਸ ਤੇ ਚਾਰਜ ਕੀ ਹੁੰਦਾ ਹੈ ਨੈਗੇਟਿਵ ਹੁੰਦਾ ਹੈ। ਕਿਉਂਕਿ ਕਾਰਬਨ ਦੇ ਇੱਥੇ ਪੋਜ਼ਿਟਿਵ ਚਾਰਜ ਪ੍ਰੈਜ਼ੈਂਟ ਹੁੰਦਾ ਹੈ ਤਾਂ nucleophile can easily attack on your carbon. Nucleophile can easily attack on carbon acting as electrophile। ਜੋ ਤੁਹਾਡਾ ਐਜ਼ ਅ ਇਲੈਕਟ੍ਰੋਫਾਈਲ ਦੀ ਤਰ੍ਹਾਂ ਐਕਟ ਕਰ ਰਿਹਾ ਹੈ ਉਸ ਤੇ ਤੁਹਾਡੇ ਜੋ ਨਿਊਕਲੀਓਫਾਈਲ ਹੈ ਉਹ ਈਜ਼ੀਲੀ ਆ ਕੇ ਅਟੈਕ ਕਰ ਸਕਦੇ ਨੇ। ਐਂਡ ਵਨ ਮੋਰ ਥਿੰਗ ਇੰਪੋਰਟੈਂਟ ਕਿ ਜੋ ਤੁਹਾਡੇ ਤੇ ਹੈਲੋਜਨਸ ਨੇ, ਹੈਲੋਜਨ ਕੀ ਹੁੰਦੇ ਨੇ ਤੁਹਾਡੇ ਐਜ਼ ਅ ਗੁੱਡ ਲਿਵਿੰਗ ਗਰੁੱਪ ਐਕਟ ਕਰਦੇ ਨੇ। ਤਾਂ ਇਸ ਸਿਸਟਮ ਦੇ ਵਿੱਚ ਕੀ ਹੈ ਕਿ ਜੋ ਵੀ ਤੁਹਾਡਾ ਨਿਊਕਲੀਓਫਾਈਲ ਆਏਗਾ ਉਹ ਈਜ਼ੀਲੀ ਤੁਹਾਡੇ ਕੀ ਕਰੇਗਾ ਇਲੈਕਟ੍ਰੋਫਾਈਲ ਕਾਰਬਨ ਤੇ ਅਟੈਕ ਕਰ ਦੇਗਾ ਤੇ ਜੋ ਤੁਹਾਡਾ ਹੈਲੋਜਨ ਗਰੁੱਪ ਹੁੰਦਾ ਹੈ ਕਿਉਂਕਿ ਉਹ ਇੱਕ ਅੱਛੇ ਲਿਵਿੰਗ ਗਰੁੱਪ ਹੁੰਦੇ ਨੇ ਤਾਂ ਉਹ ਈਜ਼ੀਲੀ ਬਾਹਰ ਨਿਕਲ ਸਕਦੇ ਨੇ। ਸੋ ਦੈਟ ਮੀਨਸ ਕਿ ਜੋ ਤੁਹਾਡੇ ਇੱਥੇ ਕਾਰਬਨ ਹੈਲੋਜਨ ਜੋ ਬੌਂਡ ਹੈ ਉਹ ਕਿਸ ਤਰ੍ਹਾਂ ਦੀਆਂ ਰਿਐਕਸ਼ਨਸ ਨੂੰ ਸ਼ੋ ਕਰ ਸਕਦੇ ਨੇ ਤੁਹਾਡੀਆਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਤਾਂ ਜੋ ਤੁਹਾਡੇ ਕਾਰਬਨ ਤੇ ਹੈਲੋਜਨ ਦਾ ਬੌਂਡ ਹੈ ਉਹ ਤੁਹਾਡੇ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਨੂੰ ਕੀ ਕਰਦੇ ਨੇ ਸ਼ੋ ਕਰਦੇ ਨੇ। ਤੇ ਆਪਾਂ ਪੂਰੇ ਚੈਪਟਰ ਦੇ ਵਿੱਚ ਇਸ ਤਰ੍ਹਾਂ ਦੀਆਂ ਰਿਐਕਸ਼ਨਸ ਦੀ ਸਟੱਡੀ ਕਰਾਂਗੇ। ਆਈ ਰਿਪੀਟ ਅਗੇਨ, ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਦਾ ਮਤਲਬ ਕੀ ਹੈ, ਕਿਉਂਕਿ ਕਾਰਬਨ ਤੇ ਹੈਲੋਜਨ ਦਾ ਬੌਂਡ ਕੀ ਹੈ ਇੱਥੇ ਪੋਲਰ ਹੁੰਦਾ ਹੈ, ਜਿਸ ਵਿੱਚ ਕਾਰਬਨ ਉੱਪਰ ਤੁਹਾਡਾ ਪਾਰਸ਼ਲ ਪੋਜ਼ਿਟਿਵ ਚਾਰਜ ਹੁੰਦਾ ਹੈ, ਜਿਸ ਤੇ ਪਹਿਲੇ ਸਟੈਪ ਦੇ ਵਿੱਚ ਕੀ ਹੋ ਸਕਦਾ ਹੈ ਕੋਈ ਵੀ ਅਗਰ ਤੁਸੀਂ ਬਾਹਰੋਂ ਨਿਊਕਲੀਓਫਾਈਲ ਐਡ ਕਰਦੇ ਹੋ ਤਾਂ ਉਹ ਤੁਹਾਡੇ ਕਾਰਬਨ ਤੇ ਅਟੈਕ ਕਰ ਸਕਦਾ ਹੈ ਤੇ ਜੋ ਤੁਹਾਡਾ ਹੈਲੋਜਨ ਹੈ ਉਸਨੂੰ ਰਿਪਲੇਸ ਕਰ ਸਕਦਾ ਹੈ। ਤਾਂ ਕਰਕੇ ਇਸ ਰਿਐਕਸ਼ਨ ਨੂੰ ਜੋ ਤੁਹਾਡੇ ਹੈਲੋਜਨ ਕੰਪਾਊਂਡਸ ਹੁੰਦੇ ਨੇ, ਕਾਰਬਨ ਕੰਟੇਨਿੰਗ ਹੈਲੋਜਨ ਕੰਪਾਊਂਡਸ, ਉਹ ਤੁਹਾਡੇ ਕੀ ਦਿੰਦੇ ਨੇ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਪ੍ਰੋਵਾਈਡ ਕਰਦੇ ਨੇ। ਤਾਂ ਜੋ ਬੇਸਿਕਲੀ ਆਪਾਂ ਹੁਣ ਪੂਰੇ ਚੈਪਟਰ ਦੇ ਵਿੱਚ ਸਟੱਡੀ ਕਰਾਂਗੇ ਉਹ ਕਿਹੜੀਆਂ ਰਿਐਕਸ਼ਨ ਸਟੱਡੀ ਕਰਾਂਗੇ ਤੁਹਾਡੀਆਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਤਾਂ ਦੇਖੋ ਜੋ ਮੈਂ ਤੁਹਾਨੂੰ ਪਿੱਛੇ ਸਮਝਾਇਆ ਹੈ ਕਿ ਜੋ ਤੁਹਾਡਾ ਕਾਰਬਨ ਤੇ ਹੈਲੋਜਨ ਦਾ ਬੌਂਡ ਹੈ ਹਨਾ, ਕੀ ਹੈ ਇਹਦੇ ਕਾਰਬਨ ਤੇ ਡੈਲਟਾ ਪੋਜ਼ਿਟਿਵ ਚਾਰਜ ਹੈ ਤੇ ਹੈਲੋਜਨ ਤੇ ਡੈਲਟਾ ਨੈਗੇਟਿਵ ਹੈ। ਤਾਂ ਜੋ ਵੀ ਬਾਹਰੋਂ ਨਿਊਕਲੀਓਫਾਈਲ ਆਏਗਾ ਉਹ ਇਸ ਕਾਰਬਨ ਤੇ ਇਲੈਕਟ੍ਰੋਫਿਲਿਕ ਕਾਰਬਨ ਤੇ ਅਟੈਕ ਕਰੇਗਾ ਤੇ ਤੁਹਾਡਾ ਹੈਲੋਜਨ ਬਾਹਰ ਨਿਕਲ ਜਾਏਗਾ। ਦੈਟ ਮੀਨਸ ਕੀ ਹੋਏਗਾ ਕਿ ਤੁਹਾਡਾ ਇੱਥੇ ਕੀ ਹੈ ਨਿਊਕਲੀਓਫਾਈਲ ਆ ਕੇ ਕਾਰਬਨ ਦੇ ਨਾਲ ਅਟੈਚ ਹੋ ਜਾਏਗਾ ਤੇ ਜੋ ਤੁਹਾਡਾ ਇੱਥੇ ਹੈਲੋਜਨ ਸੀ ਉਹ ਆਪਣੇ ਇਲੈਕਟ੍ਰੋਨ ਲੈ ਕੇ ਬਾਹਰ ਨਿਕਲ ਜਾਏਗਾ। ਸੋ ਜੋ ਇੱਥੇ ਆਪਾਂ ਲਿਖਿਆ ਹੈ ਇਹ ਕਿਸ ਰਿਐਕਸ਼ਨ ਨੂੰ ਸ਼ੋ ਕਰਦਾ ਹੈ ਕਿ ਨਿਊਕਲੀਓਫਾਈਲ ਆਇਆ, ਅਟੈਕ ਕੀਤਾ, ਹੈਲੋਜਨ ਨੂੰ ਬਾਹਰ ਨਿਕਾਲ ਕੇ ਆਪ ਖੁਦ ਹੈਲੋਜਨ ਦੀ ਪੋਜੀਸ਼ਨ ਤੇ ਐਡ ਹੋ ਗਿਆ। ਤਾਂ ਇਹਨਾਂ ਨੂੰ ਆਪਾਂ ਬੋਲਦੇ ਹਾਂ ਤੁਹਾਡੀਆਂ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਹੁਣ ਦੇਖੋ ਜੋ ਤੁਹਾਡੇ ਇੱਥੇ ਆਪਾਂ ਐਕਸ ਲੈ ਰਹੇ ਹਾਂ ਤਾਂ ਐਕਸ ਤੁਹਾਡਾ ਕੋਈ ਮਰਜ਼ੀ ਹੋ ਸਕਦਾ ਹੈ ਹਨਾ, ਤੁਹਾਡਾ ਫਲੋਰੀਨ ਹੋ ਸਕਦਾ ਹੈ, ਤੁਹਾਡਾ ਕਲੋਰੀਨ ਹੋ ਸਕਦਾ ਹੈ, ਬ੍ਰੋਮੀਨ ਹੋ ਸਕਦਾ ਹੈ, ਤੁਹਾਡਾ ਆਇਓਡੀਨ ਹੋ ਸਕਦਾ ਹੈ। ਸੋ ਇਟ ਡਿਪੈਂਡਸ ਕਿ ਤੁਸੀਂ ਕਿਹੜਾ ਹੈਲੋਜਨ ਤੁਸੀਂ ਯੂਜ਼ ਉੱਥੇ ਕਰ ਰਹੇ ਹੋ। ਠੀਕ ਹੈ, ਇਹ ਬਹੁਤ ਹੀ ਜ਼ਿਆਦਾ ਕੀ ਹੈ ਇੰਪੋਰਟੈਂਟ ਹੈ। ਦੇਖੋ ਹੁਣ ਡਿਫਰੈਂਟ ਹੋ ਸਕਦੇ ਨੇ, ਤੁਹਾਡਾ ਉੱਥੇ Ci ਹੋ ਸਕਦਾ ਹੈ, ਤੁਸੀਂ ਉੱਥੇ CBr ਯੂਜ਼ ਕਰ ਸਕਦੇ ਹੋ, ਤੁਸੀਂ ਉੱਥੇ CCl ਯੂਜ਼ ਕਰ ਸਕਦੇ ਹੋ ਤੇ CF ਯੂਜ਼ ਕਰ ਸਕਦੇ ਹੋ। ਹੁਣ ਦੇਖੋ ਆਪਾਂ ਗੱਲ ਕਰਨੀ ਹੈ ਕਿ ਰਿਐਕਟੀਵਿਟੀ ਆਰਡਰ ਕੀ ਹੋਏਗਾ ਅਗਰ ਤੁਸੀਂ ਵਾਰੀ-ਵਾਰੀ ਇਹਨਾਂ ਵਿੱਚੋਂ ਇੱਕ ਚੂਜ਼ ਕਰਦੇ ਹੋ ਤਾਂ ਕੌਣ ਸਭ ਤੋਂ ਫਾਸਟ ਰਿਐਕਸ਼ਨ ਦੇਗਾ। ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਰਿਐਕਸ਼ਨ ਦੇ ਵਿੱਚ ਕੀ ਹੋ ਰਿਹਾ, ਥੋੜਾ ਕਾਰਬਨ ਤੇ ਹੈਲੋਜਨ ਦਾ ਬੌਂਡ ਬ੍ਰੇਕ ਹੋਣਾ ਹੈ। ਤਾਂ ਜੋ ਬੌਂਡ ਜਿੰਨਾ ਜਲਦੀ ਬ੍ਰੇਕ ਹੋਏਗਾ ਰਿਐਕਸ਼ਨ ਓਨੀ ਹੀ ਜ਼ਿਆਦਾ ਕੀ ਹੋਏਗੀ ਤੁਹਾਡੀ ਫਾਸਟ ਹੋਏਗੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਤੁਹਾਡਾ ਕਾਰਬਨ ਤੇ ਹੈਲੋਜਨ ਦਾ ਬੌਂਡ ਹੈ ਉਹਦੀ ਜੋ ਬੌਂਡ ਲੈਂਥ ਹੁੰਦੀ ਹੈ ਸਭ ਤੋਂ ਜ਼ਿਆਦਾ ਹੁੰਦੀ ਹੈ। ਬੌਂਡ ਲੈਂਥ ਕੀ ਹੁੰਦੀ ਹੈ ਹਾਈ ਹੁੰਦੀ ਹੈ, ਸਭ ਤੋਂ ਜ਼ਿਆਦਾ ਹੁੰਦੀ ਹੈ, ਹਾਈਐਸਟ ਹੁੰਦੀ ਹੈ। ਰੀਜ਼ਨ ਕੀ ਹੈ ਡਿਊ ਟੂ ਸਾਈਜ਼ ਡਿਫਰੈਂਸ। ਸਾਈਜ਼ ਦਾ ਡਿਫਰੈਂਸ ਜ਼ਿਆਦਾ ਹੋਣ ਕਰਕੇ ਇਹਨੂੰ ਆਪਾਂ ਨੂੰ ਤੋੜਨਾ ਕੀ ਹੈ ਈਜ਼ੀ ਹੁੰਦਾ ਹੈ। ਔਨ ਦਾ ਅਦਰ ਹੈਂਡ ਕਿ ਜੋ ਤੁਹਾਡਾ ਕਾਰਬਨ ਤੇ ਫਲੋਰੀਨ ਦਾ ਬੌਂਡ ਹੈ ਇਹਦੀ ਬੌਂਡ ਲੈਂਥ ਕੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ। ਬੌਂਡ ਲੈਂਥ ਕੀ ਹੁੰਦੀ ਹੈ ਇਸਦੀ ਲੈਸ ਹੁੰਦੀ ਹੈ, ਜਿਸ ਕਰਕੇ ਇਸਨੂੰ
ਬ੍ਰੇਕ ਕਰਨਾ ਕੀ ਹੁੰਦਾ ਹੈ ਤੁਹਾਡਾ ਮੁਸ਼ਕਿਲ ਹੁੰਦਾ ਹੈ, ਡਿਫਿਕਲਟ ਟੂ ਬ੍ਰੇਕ। ਐਂਡ ਅਗਰ ਇਹ ਬ੍ਰੇਕ ਹੀ ਨਹੀਂ ਕਰੇਗਾ ਤਾਂ ਰਿਐਕਸ਼ਨ ਤੁਹਾਡੀ ਕੀ ਹੋਏਗੀ, ਸਲੋ ਹੋਏਗੀ। ਰੀਜ਼ਨ ਬੀਇੰਗ ਕੀ ਹੈ, ਕਿਉਂਕਿ ਤੁਸੀਂ ਤਾਂ ਕਾਰਬਨ ਤੇ ਹੈਲੋਜਨ ਦਾ ਬੌਂਡ ਬ੍ਰੇਕ ਕਰਵਾਉਣਾ ਹੈ। ਤਾਂ ਕਰਕੇ ਸਭ ਤੋਂ ਜ਼ਿਆਦਾ ਫਾਸਟਰ ਰਿਐਕਸ਼ਨ ਤੁਹਾਡਾ ਕੌਣ ਦਿੰਦਾ ਹੈ, ਤੁਹਾਡਾ ਕਾਰਬਨ ਆਇਓਡੀਨ ਜੋ ਤੁਹਾਡਾ ਬੌਂਡ ਹੈ ਉਹ ਫਾਸਟਰ ਰਿਐਕਸ਼ਨ ਦਿੰਦਾ ਹੈ ਐਜ਼ ਕੰਪੇਅਰ ਟੂ ਕਾਰਬਨ ਬ੍ਰੋਮੀਨ ਬੌਂਡ, ਕਾਰਬਨ ਕਲੋਰੀਨ ਬੌਂਡ ਐਂਡ ਕਾਰਬਨ ਫਲੋਰੀਨ ਬੌਂਡ। ਨੈਕਸਟ ਕੰਸੈਪਟ ਆਉਂਦਾ ਹੈ ਆਪਣਾ ਡਾਈਪੋਲ ਮੂਵਮੈਂਟ। ਦੇਖੋ ਵੈਸੇ ਡਾਈਪੋਲ ਮੂਵਮੈਂਟ ਮੈਂ ਤੁਹਾਨੂੰ ਜਨਰਲ ਆਰਗੈਨਿਕ ਕੈਮਿਸਟਰੀ ਵਿੱਚ ਇਹਨਾਂ ਦਾ ਦੱਸਤਾ ਸੀ ਕਿ ਜੋ ਡਾਈਪੋਲ ਮੂਵਮੈਂਟ ਹੁੰਦਾ ਹੈ ਉਹ ਆਪਾਂ ਮਿਊ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਤੇ ਕਾਹਦੇ ਇਕੁਅਲ ਹੁੰਦਾ ਹੈ, ਤੁਹਾਡੇ ਚਾਰਜ ਇਨਟੂ ਡਿਸਟੈਂਸ। ਚਾਰਜ ਇਨਟੂ ਡਿਸਟੈਂਸ, ਡਿਸਟੈਂਸ ਮਤਲਬ ਕਿ ਜੋ ਵੀ ਤੁਸੀਂ ਬੌਂਡਡ ਐਟਮ ਨੇ ਉਹਨਾਂ ਵਿੱਚ ਕਿੰਨਾ ਡਿਸਟੈਂਸ ਹੈ ਤੇ ਉਹਨਾਂ ਵਿੱਚ ਚਾਰਜ ਦਾ ਕੀ ਚਾਰਜ ਕਿੰਨਾ ਪ੍ਰੈਜ਼ੈਂਟ ਹੈ, ਚਾਰਜ ਡਿਫਰੈਂਸ ਕਿੰਨਾ ਹੈ। ਦੈਟ ਮੀਨਸ ਡਾਈਪੋਲ ਮੂਵਮੈਂਟ ਕੀ ਹੈ, ਆਪਣਾ ਇੱਕ ਮੈਜ਼ਰ ਹੁੰਦਾ ਹੈ ਆਫ ਪੋਲੈਰਿਟੀ ਡਿਫਰੈਂਸ ਕਿ ਕਿੰਨਾ ਤੁਹਾਡਾ ਗਿਵਨ ਕੰਪਾਊਂਡ ਕਿੰਨਾ ਜ਼ਿਆਦਾ ਪੋਲਰ ਹੈ। ਤਾਂ ਉਹ ਤੁਹਾਨੂੰ ਕੌਣ ਦੱਸਦਾ ਹੈ, ਤੁਹਾਡਾ ਡਾਈਪੋਲ ਮੂਵਮੈਂਟ। ਡਾਈਪੋਲ ਮੂਵਮੈਂਟ ਦੋ ਚੀਜ਼ਾਂ ਤੇ ਡਿਪੈਂਡ ਕਰਦਾ ਹੈ, ਪਹਿਲਾ ਕਿ ਚਾਰਜ ਕਿੰਨਾ ਸੈਪਰੇਟ ਹੋਇਆ ਹੈ, ਦੂਸਰਾ ਪੁਆਇੰਟ ਕਿ ਜੋ ਚਾਰਜ ਜਿਨ੍ਹਾਂ ਵਿੱਚ ਸੈਪਰੇਟ ਹੋਇਆ ਹੈ ਉਹਨਾਂ ਦੋਨੋਂ ਐਟਮ ਦੇ ਵਿੱਚ ਡਿਸਟੈਂਸ ਕਿੰਨਾ ਪ੍ਰੈਜ਼ੈਂਟ ਹੈ। ਇਹਨਾਂ ਦੋਨਾਂ ਦੇ ਪ੍ਰੋਡਕਟ ਤੇ ਪੂਰਾ ਡਾਈਪੋਲ ਮੂਵਮੈਂਟ ਕੀ ਕਰਦਾ ਹੈ, ਡਿਪੈਂਡ ਕਰਦਾ ਹੈ। ਤਾਂ ਹੁਣ ਤੁਸੀਂ ਦੇਖੋ ਤੁਹਾਡੇ ਕੋਲ ਤਿੰਨ, ਅਗਰ ਮੈਂ ਚਾਰ ਮੋਲੀਕਿਊਲ ਲਿਖਦਾ ਹਾਂ, ਇੱਕ ਪਹਿਲਾ CH3F, CH3Cl, ਅਗਰ ਮੈਂ ਇੱਥੇ ਲਿਖਾਂ CH3Br ਤੇ ਇੱਕ ਲਿਖਦਾ ਹਾਂ ਮੈਂ ਤੁਹਾਡੇ ਕੋਲ ਇੱਥੇ CH3I। ਤਾਂ ਅਗਰ ਦੇਖੋ ਤੁਹਾਡੇ ਕੋਲ ਦੋ ਫੈਕਟਰ ਨੇ, ਅਗਰ ਮੈਂ ਚਾਰਜ ਦੇ ਬੇਸ ਤੇ ਦੇਖਾਂ ਤਾਂ ਤੁਸੀਂ ਕਹਿ ਸਕਦੇ ਹੋ ਕਿ ਜੋ ਤੁਹਾਡਾ ਫਲੋਰੀਨ ਹੈ वो सब तो ज्यादा इलेक्ट्रोनेगेटिव है, इतने डेल्टा नेगेटिव सब तो ज्यादा आएगा, सब तो ज्यादा इलेक्ट्रॉन अपनी तरफ खींचेगा। तो ਇੱਥੇ ਚਾਰਜ ਸੈਪਰੇਸ਼ਨ ਕੀ ਹੋਏਗਾ, ਸਭ ਤੋਂ ਜ਼ਿਆਦਾ ਹੋਏਗਾ। ਚਾਰਜ ਸੈਪਰੇਸ਼ਨ ਕੀ ਹੋਏਗਾ, ਮੋਰ ਹੋਏਗਾ, ਸਭ ਤੋਂ ਜ਼ਿਆਦਾ ਹੋਏਗਾ। ਚਾਰਜ ਸੈਪਰੇਸ਼ਨ ਕੀ ਹੋਏਗਾ, ਮੈਕਸਿਮਮ ਹੋਏਗਾ। ਤੇ ਇੱਥੇ ਕਿਉਂਕਿ ਆਇਓਡੀਨ ਤੁਹਾਡਾ ਘੱਟ ਇਲੈਕਟ੍ਰੋਨੈਗੇਟਿਵ ਹੁੰਦਾ ਹੈ ਐਸ ਕੰਪੇਅਰ ਟੂ ਫਲੋਰੀਨ ਐਂਡ ਬਾਕੀ ਅਦਰ ਹੈਲਾਈਜ਼ਨ ਸੇ, ਤੇ ਇਹਦੇ ਵਿੱਚ ਚਾਰਜ ਸੈਪਰੇਸ਼ਨ ਕੀ ਹੋਏਗਾ, ਸਭ ਤੋਂ ਮਿਨੀਮਮ ਹੋਏਗਾ। ਕਿਉਂਕਿ ਇੱਥੇ ਚਾਰਜ ਦੀ ਸੈਪਰੇਸ਼ਨ ਹੈ ਉਹ ਮਿਨੀਮਮ ਹੈ ਤੇ ਆਪਾਂ ਕੀ ਕਵਾਂਗੇ, ਜਿਹਦੇ ਵਿੱਚ ਚਾਰਜ ਸੈਪਰੇਸ਼ਨ ਜ਼ਿਆਦਾ ਹੈ ਉਹਦਾ ਡਾਈਪੋਲ ਮੂਵਮੈਂਟ ਜ਼ਿਆਦਾ ਹੋਏਗਾ। ਸੋ ਅਗਰ ਆਪਾਂ ਸਿਰਫ ਚਾਰਜ ਨੂੰ ਕੰਸੀਡਰ ਕਰਦੇ ਹਾਂ ਤਾਂ ਆਪਣਾ ਆਰਡਰ ਕੀ ਆਣਾ ਚਾਹੀਦਾ ਹੈ, 1 greater than 2 greater than 3 and greater than 4। ਠੀਕ ਹੈ, ਬਟ ਅਗਰ ਆਪਾਂ ਇੱਥੇ ਡਿਸਟੈਂਸ ਦਾ ਫੈਕਟਰ ਲਈਏ ਤਾਂ ਡਿਸਟੈਂਸ ਦੇ ਵਿੱਚ ਦੇਖੋ ਤੁਸੀਂ ਦੇਖ ਸਕਦੇ ਹੋ, ਕਿਉਂਕਿ ਕਾਰਬਨ ਤੇ ਫਲੋਰੀਨ ਦਾ ਜੋ ਬੌਂਡ ਹੈ ਸਭ ਤੋਂ ਛੋਟਾ ਹੋਏਗਾ ਕਿਉਂਕਿ ਸਾਈਜ਼ ਬਹੁਤ ਜ਼ਿਆਦਾ ਇਹਨਾਂ ਦਾ ਸਾਈਜ਼ ਕੰਪੈਰੀਬਲ ਹੈ। ਤੇ ਅਗਰ ਆਪਾਂ ਇੱਥੇ ਸਾਈਜ਼ ਦੀ ਡਿਸਟੈਂਸ ਦੀ ਗੱਲ ਕਰੀਏ ਤਾਂ ਇੱਥੇ ਡਿਸਟੈਂਸ ਕੀ ਹੋਏਗਾ, ਇਹਨਾਂ ਦੇ ਵਿੱਚ ਮਿਨੀਮਮ ਹੋਏਗਾ। ਬਟ ਔਨ ਦਾ ਅਦਰ ਹੈਂਡ ਅਗਰ ਆਪਾਂ ਡਿਸਕਸ਼ਨ ਕਰੀਏ ਕਾਰਬਨ ਤੇ ਤੁਹਾਡੇ ਆਇਓਡੀਨ ਦੇ ਬੌਂਡ ਦੀ, ਤਾਂ ਇਹਨਾਂ ਵਿੱਚ ਸਾਈਜ਼ ਦਾ ਡਿਫਰੈਂਸ ਜ਼ਿਆਦਾ ਹੈ। ਸਾਈਜ਼ ਡਿਫਰੈਂਸ ਜ਼ਿਆਦਾ ਹੋਣ ਕਰਕੇ ਇਹਨਾਂ ਦਾ ਬੌਂਡ ਲੈਂਥ ਜ਼ਿਆਦਾ ਹੋਏਗੀ। ਬੌਂਡ ਲੈਂਥ ਜ਼ਿਆਦਾ ਹੋਏਗੀ ਤਾਂ ਇਹਨਾਂ ਦੇ ਵਿੱਚ ਡਿਸਟੈਂਸ ਕੀ ਹੋਏਗਾ, ਤੁਹਾਡਾ ਮੈਕਸਿਮਮ ਹੋਏਗਾ। ਸੋ ਦੈਟ ਮੀਨਸ ਜਿਹਦੇ ਵਿੱਚ ਡਿਸਟੈਂਸ ਜ਼ਿਆਦਾ ਉਹਦਾ ਡਾਈਪੋਲ ਮੂਵਮੈਂਟ ਜ਼ਿਆਦਾ। ਸੋ ਅਗਰ ਆਪਾਂ ਡਾਈਪੋਲ ਮੂਵਮੈਂਟ ਦੇ ਵਿੱਚ ਸਿਰਫ ਡਿਸਟੈਂਸ ਵਾਲਾ ਫੈਕਟਰ ਕੰਸੀਡਰ ਕਰੀਏ ਤਾਂ ਇੱਥੇ ਆਰਡਰ ਕੀ ਆਣਾ ਚਾਹੀਦਾ ਹੈ, 4 then 3 then 2 then 1। ਸੋ ਦੈਟ ਮੀਨਸ ਅਗਰ ਆਪਾਂ ਤੇ ਦੋਨੋਂ ਫੈਕਟਰ ਕੰਸੀਡਰ ਕਰ ਰਹੇ ਹਾਂ ਤਾਂ ਦੋਨੋਂ ਨਾਲ ਰਿਜ਼ਲਟ ਆਪੋਜ਼ਿਟ ਆ ਰਿਹਾ ਹੈ। ਤਾਂ ਜਦੋਂ ਇਹਨਾਂ ਦਾ ਕੰਬਾਈਨ ਇਫੈਕਟ ਕੰਸੀਡਰ ਕੀਤਾ ਜਾਂਦਾ ਹੈ ਚਾਰਜ ਤੇ ਤੁਹਾਡੇ ਡਿਸਟੈਂਸ ਦਾ, ਅਗਰ ਤੁਸੀਂ ਦੋਨਾਂ ਕੰਬਾਈਨਡ ਇਫੈਕਟ ਡਿਸਕਸ ਕਰਦੇ ਹੋ, ਕੰਬਾਈਨਡ ਇਫੈਕਟ ਲੈਣੇ ਹੋ ਦੋਨਾਂ ਦਾ, ਤਾਂ ਜੋ ਤੁਹਾਡਾ ਆਰਡਰ ਨਿਕਲ ਕੇ ਆਂਦਾ ਹੈ ਦੋਨਾਂ ਨੂੰ ਕੰਪੈਰੀਜ਼ਨ ਕਰਨ ਤੇ ਚਾਰਜ ਤੇ ਤੁਹਾਡਾ ਡਿਸਟੈਂਸ ਨੂੰ, ਤਾਂ ਆਰਡਰ ਕੀ ਆਂਦਾ ਹੈ, ਸੈਕਿੰਡ ਸਭ ਤੋਂ ਪਹਿਲ ਤੇ ਕਲੋਰੀਨ ਦੀ ਜੋ ਡਾਈਪੋਲ ਮੂਵਮੈਂਟ ਹੁੰਦੀ ਹੈ ਸਭ ਤੋਂ ਜ਼ਿਆਦਾ ਹੁੰਦੀ ਹੈ, ਦੈਨ ਤੁਹਾਡੀ ਆਂਦੀ ਹੈ ਫਲੋਰੀਨ ਵਾਲੀ, then ਤੁਹਾਡਾ ਆਂਦਾ ਹੈ ਬ੍ਰੋਮੀਨ ਵਾਲੀ and then ਆਂਦਾ ਹੈ ਤੁਹਾਡਾ ਆਇਓਡੀਨ ਵਾਲੀ। this is the correct order of dipole moment in your CX bond। ਦੇਖੋ ਨਾਓ ਹੁਣ ਆਪਾਂ ਇਹ ਸਿੱਖ ਲਿਆ ਕਿ ਹੈਲੋ ਐਲਕੇਨ ਤੇ ਹੈਲੋਰੀਨ ਕਹਿੰਦੇ ਕਿਹਨੂੰ ਨੇ, ਆਪਾਂ ਇਹਨਾਂ ਦਾ ਨੇਚਰ ਸਿੱਖ ਲਿਆ ਕਿ ਬੌਂਡ ਕਿਸ ਤਰ੍ਹਾਂ ਬਿਹੇਵ ਕਰੇਗਾ, ਕਿਸ ਤਰ੍ਹਾਂ ਦੀਆਂ ਰਿਐਕਸ਼ਨਸ ਦੇ ਸਕਦਾ ਹੈ। ਠੀਕ ਹੈ, ਡਾਈਪੋਲ ਮੂਵਮੈਂਟ ਕਿੱਦਾਂ ਹੋਏਗਾ। ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਅਲਕਾਈਲ ਹੈਲਾਈਡ ਨੂੰ ਕਿੱਦਾਂ ਜਨਰੇਟ ਕਰ ਸਕਦੇ ਹਾਂ, ਇਹਨਾਂ ਨੂੰ ਕਿੱਦਾਂ ਪ੍ਰੀਪੇਅਰ ਕਰ ਸਕਦੇ ਹਾਂ। ਇੱਕ ਪੁਆਇੰਟ ਦੇਖੋ ਮੇਰਾ ਧਿਆਨ ਨਾਲ ਸਮਝ ਲਓ, ਹੈਲੋ ਐਲਕੇਨ ਤੇ ਹੈਲੋ ਐਰੀਨ ਜਿਹਨੇ ਅੱਛੀ ਤਰ੍ਹਾਂ ਸਮਝ ਲਿਆ, ਬਾਕੀ ਜਿੰਨੇ ਵੀ ਚੈਪਟਰਸ ਹੈ ਤੁਹਾਡੇ ਅਲਕੋਹਲ, ਫਿਨੋਲ, ਈਥਰ, ਐਲਡੀਹਾਈਡ, ਕੀਟੋਨ, ਨਾਈਟ੍ਰੋਜਨ ਕੰਟੇਨਿੰਗ ਆਰਗੈਨਿਕ ਕੰਪਾਊਂਡ, ਸਭ ਦੇ ਸਭ ਵਿੱਚ ਜਿੰਨੀਆਂ ਵੀ ਰਿਐਕਸ਼ਨਸ ਆਪਾਂ ਇਸ ਚੈਪਟਰ ਵਿੱਚ ਸਟੱਡੀ ਕਰਾਂਗੇ ਸਭ ਬਾਅਦ ਦੇ ਵਿੱਚ ਰੈਪੀਟੀਸ਼ਨ ਚ ਆਉਣਗੀਆਂ। ਤਾਂ ਇਸ ਚੈਪਟਰ ਨੂੰ ਬੜੇ ਹੀ ਧਿਆਨ ਦੇ ਨਾਲ ਸਮਝ ਲਓ, ਅੱਗੇ ਦਿੱਕਤ ਨਹੀਂ ਆਏਗੀ ਅਗਰ ਇਸ ਨੂੰ ਸਮਝ ਲਿਆ। ਤਾਂ ਹੁਣ ਤੁਸੀਂ ਨੈਕਸਟ ਹੈਡਿੰਗ ਡਾਲੋ, ਮੈਥਡ ਆਫ ਪ੍ਰੀਪੇਰੇਸ਼ਨ, ਮੈਥਡ ਆਫ ਪ੍ਰੀਪੇਰੇਸ਼ਨ।
ਮੈਥਡ ਆਫ ਪ੍ਰਿਪਰੇਸ਼ਨ ਆਫ ਹੈਲੋ ਐਲਕੀਨ। ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ। ਮੈਥਡ ਆਫ ਪ੍ਰਿਪਰੇਸ਼ਨ ਆਫ ਹੈਲੋ ਐਲਕੀਨ। ਤਾਂ ਪਹਿਲਾ ਮੈਥਡ ਲਿਖੋ ਫਰੋਮ ਐਲਕੋਹਲ। ਫਰੋਮ ਐਲਕੋਹਲ ਕਿ ਐਲਕੋਹਲ ਤੋਂ ਤੁਸੀਂ ਕਿੱਦਾਂ ਹੈਲੋ ਐਲਕੇਨ ਦੀ ਜਨਰੇਸ਼ਨ ਕਰ ਸਕਦੇ ਹੋ। ਤਾਂ ਦੇਖੋ ਐਲਕੋਹਲ ਕੀ ਹੁੰਦਾ ਹੈ ਤੁਹਾਡਾ ROH। ਹੁਣ ਤੁਸੀਂ ਦੇਖੋ ਪ੍ਰੋਡਕਟ ਕੀ ਬਣਾਉਣਾ ਹੈ RX। ਹੁਣ ਦੇਖੋ ਇੱਥੇ ਹੈਲੋਜਨ ਲੈ ਕੇ ਆਣਾ ਹੈ ਤਾਂ ਹੈਲੋਜਨ ਨੂੰ ਤੁਸੀਂ ਐਡ ਕਰਵਾਉਣਾ ਪਊਗਾ। ਤਾਂ ਪਹਿਲਾ ਮਾਈਂਡ 'ਚ ਪੁਆਇੰਟ ਆਉਂਦਾ ਹੈ ਕਿ ਅਗਰ ਤੁਸੀਂ ਐਲਕੋਹਲ ਤੋਂ ਹੈਲੋਜਨ ਬਣਾਉਣਾ ਹੈ ਤਾਂ ਤੁਹਾਨੂੰ X ਮੋਲੀਕੂਲ ਉੱਥੇ ਇੰਟਰੋਡਿਊਸ ਕਰਨਾ ਪਏਗਾ। ਹੁਣ ਦੂਸਰਾ ਪੁਆਇੰਟ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਡਾ ਜੋ OH ਗਰੁੱਪ ਹੈ ਉਸਨੂੰ ਰਿਪਲੇਸ ਕੀਤਾ ਹੈ ਤੁਹਾਡੇ ਹੈਲੋਜਨ ਨੇ। ਤੇ ਤੁਹਾਨੂੰ ਮੈਂ ਸ਼ਾਇਦ ਲਾਸਟ ਲੈਕਚਰ 'ਚ ਦੱਸਿਆ ਸੀ ਕਿ ਆਪਾਂ OH ਨੂੰ ਸਿੱਧਾ ਰਿਮੂਵ ਨਹੀਂ ਕਰ ਸਕਦੇ ਕਿਉਂਕਿ OH ਕੀ ਹੁੰਦਾ ਹੈ ਤੁਹਾਡਾ ਪੂਅਰ ਲਿਵਿੰਗ ਗਰੁੱਪ ਹੈ। OH ਕੀ ਹੁੰਦਾ ਹੈ ਤੁਹਾਡਾ ਪੂਅਰ ਲਿਵਿੰਗ ਗਰੁੱਪ ਹੈ। ਤਾਂ ਇਸ ਨੂੰ ਕਲੀਵ ਕਰਨ ਦੇ ਲਈ, ਇਸ ਨੂੰ ਬਾਹਰ ਰਿਮੂਵ ਕਰਨ ਦੇ ਲਈ ਆਪਾਂ ਇਸ ਨੂੰ ਕਨਵਰਟ ਕਰਦੇ ਹਾਂ ਇਨ ਗੁੱਡ ਲਿਵਿੰਗ ਗਰੁੱਪ। ਕਨਵਰਟ ਕਰਦੇ ਹਾਂ, ਕਨਵਰਟ ਇਟ ਇਨਟੂ ਆ ਗੁੱਡ ਲਿਵਿੰਗ ਗਰੁੱਪ। ਤਾਂ ਗੁੱਡ ਲਿਵਿੰਗ ਗਰੁੱਪ ਦੇ ਵਿੱਚ ਕਨਵਰਟ ਕਰਨ ਦੇ ਲਈ ਕੀ ਕਰਦੇ ਹਾਂ ਆਪਾਂ ਇਹਦੀ ਰਿਐਕਸ਼ਨ ਕਾਹਦੇ ਨਾਲ ਕਰਦੇ ਹਾਂ ਐਸਿਡ ਦੇ ਨਾਲ। ਤਾਂ ਐਸਿਡ ਦਾ ਮਤਲਬ ਆਪਾਂ ਨੂੰ ਕੀ ਐਡ ਕਰਨਾ ਪਊਗਾ ਇੱਥੇ H ਤੇ ਨਾਲ ਹੈਲੋਜਨ ਐਡ ਕਰ ਦਿੰਦੇ ਆ। ਤੇ ਆਪਾਂ ਇਹਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਹੈਲੋਜਨ ਦੀ ਰਿਐਕਸ਼ਨ HX ਮੋਲੀਕਿਊਲ ਦੇ ਨਾਲ ਕਰਦੇ ਹਾਂ ਤੁਹਾਡਾ ਅਲਕਾਈ ਤੁਹਾਡਾ HX ਮਤਲਬ ਜਿਵੇਂ HCl ਹੋ ਗਿਆ HF ਹੋ ਗਿਆ ਹਨਾ। HF ਆਪਾਂ ਜਨਰਲੀ ਯੂਜ਼ ਨਹੀਂ ਕਰਦੇ। HBr ਜਾਂ HI ਦੇ ਨਾਲ ਜਦੋਂ ਰਿਐਕਸ਼ਨ ਕਰਾਂਗੇ ਤਾਂ ਤੁਹਾਡਾ ਜੋ ਡਿਜ਼ਾਇਰਡ ਪ੍ਰੋਡਕਟ ਕੀ ਬਣੇਗਾ ਹੈਲੋ ਐਲਕੇਨ ਪਲੱਸ ਉਹਦੇ ਵਿੱਚੋਂ ਕੀ ਨਿਕਲ ਜਾਏਗਾ ਤੁਹਾਡਾ ਵਾਟਰ। ਇਸ ਤਰ੍ਹਾਂ ਇੱਥੋਂ ਵਾਟਰ ਐਲੀਮੀਨੇਟ ਹੋ ਜਾਏਗਾ। ਹੁਣ ਦੇਖੋ ਧਿਆਨ ਨਾਲ ਦੇਖੋ, ਪਹਿਲਾਂ ਨਾ ਆਪਾਂ ਥੋੜਾ ਜਿਹਾ ਮਕੈਨਿਜ਼ਮ ਸਮਝ ਲੈਂਦੇ ਹਾਂ ਕਿ ਕਿਸ ਬੇਸ ਦੇ ਨਾਲ ਇਹ ਰਿਐਕਸ਼ਨ ਤੁਹਾਡੀ ਪ੍ਰੋਸੀਡ ਕਰੇਗੀ। ਫਿਰ ਆਪਾਂ ਮਕੈਨਿਜ਼ਮ ਜਦੋਂ ਸਮਝ ਲਿਆ ਫਿਰ ਇਹਦੀਆਂ ਅੱਗੇ ਦੇ ਤਰੀਕੇ ਦੇਖਾਂਗੇ ਕਿ ਆਪਾਂ ਨੂੰ ਹੈਲੋਜਨ ਕਿਹੜਾ ਲੈਣਾ ਚਾਹੀਦਾ ਹੈ, ਕਿਹੜਾ ਅਲਕੋਹਲ ਲੈਣਾ ਚਾਹੀਦਾ ਹੈ, ਕਿ ਰਿਐਕਸ਼ਨ ਕਿੱਦਾਂ ਕਿੱਦਾਂ ਪ੍ਰੋਸੀਡ ਕਰੇਗੀ। ਤਾਂ ਪਹਿਲਾਂ ਆਪਾਂ ਇਹਦਾ ਮਕੈਨਿਜ਼ਮ ਸਮਝ ਲੈਂਦੇ ਹਾਂ। ਤਾਂ ਦੇਖੋ ਮਕੈਨਿਜ਼ਮ ਦੇ ਵਿੱਚ ਪਹਿਲੇ ਸਟੈਪ ਦੇ ਵਿੱਚ ਕੀ ਹੈ, ਦੇਖੋ ਤੁਹਾਡਾ ਅਲਕੋਹਲ ਹੈ। ਅਲਕੋਹਲ ਦੇ ਆਕਸੀਜਨ ਤੇ ਕੀ ਪਏ ਨੇ ਲੋਨ ਪੇਅਰ that will behave as your ਨਿਊਕਲੀਓਫਾਈਲ ਹੈ ਨਾ। ਹੁਣ ਤੁਸੀਂ ਕੀ ਯੂਜ਼ ਕੀਤਾ ਹੈ HX। HX ਦਾ ਮਤਲਬ ਹੈਲੋਜਨ ਤੇ ਚਾਰਜ ਕਿਹੜਾ ਹੈ ਹਾਈਡਰੋਜਨ ਤੇ ਡੈਲਟਾ ਪੋਜ਼ਿਟਿਵ ਐਂਡ ਹੈਲੋਜਨ ਤੇ ਚਾਰਜ ਕੀ ਹੈ ਡੈਲਟਾ ਨੈਗੇਟਿਵ। ਤਾਂ ਜੋ ਤੁਹਾਡੇ ਆਕਸੀਜਨ ਦੇ ਲੋਨ ਪੇਅਰ ਨੇ ਉਹ ਕਾਹਤੇ ਅਟੈਕ ਕਰਨਗੇ ਤੁਹਾਡੇ ਪ੍ਰੋਟੋਨ ਤੇ। ਪ੍ਰੋਟੋਨ ਨੂੰ ਜਿੱਦਾਂ ਹੀ ਦਿੱਤਾ ਹੈਲੋਜਨ ਤੁਹਾਡਾ ਬਾਹਰ ਹੋ ਜਾਏਗਾ। ਤਾਂ ਪਹਿਲੇ ਸਟੈਪ ਦੇ ਵਿੱਚ ਕੀ ਹੋਇਆ ਤੁਹਾਡਾ ਅਲਕੋਹਲ ਕੀ ਹੋ ਗਿਆ ਇੱਥੇ ਪ੍ਰੋਟੋਨੇਟ ਹੋਇਆ ਤੇ ਦੂਸਰੇ ਨਾਲ ਦੀ ਨਾਲ ਕੀ ਹੋ ਗਿਆ ਤੁਹਾਡਾ ਹੈਲੋਜਨ ਕੀ ਹੋ ਗਿਆ ਤੁਹਾਡਾ ਰਿਮੂਵ ਹੋ ਗਿਆ। ਹੈਲੋਜਨ ਕੀ ਹੋ ਗਿਆ ਤੁਹਾਡਾ ਰਿਮੂਵ ਹੋ ਗਿਆ। ਹੁਣ ਦੇਖੋ ਨੈਕਸਟ ਸਟੈਪ ਦੇ ਵਿੱਚ ਕੀ ਹੋਏਗਾ, ਦੇਖੋ ਵਾਟਰ ਬਣਿਆ ਹੈ। ਵਾਟਰ ਕੀ ਹੈ ਤੁਹਾਡਾ ਇੱਥੇ ਇੱਕ ਅੱਛਾ ਲਿਵਿੰਗ ਗਰੁੱਪ ਹੈ ਤੇ ਵਾਟਰ ਕੀ ਹੋ ਸਕਦਾ ਤੁਹਾਡੇ ਸਿਸਟਮ ਚੋਂ ਬਾਹਰ ਨਿਕਲ ਸਕਦਾ ਹੈ। ਜਿੱਦਾਂ ਹੀ ਵਾਟਰ ਤੁਹਾਡਾ ਦੇਖੋ ਬਾਹਰ ਗਿਆ ਤਾਂ ਵਾਟਰ ਬਾਹਰ ਨਿਕਲਣ ਤੇ ਕਾਰਬਨ ਤੇ ਜੋ ਅਲਕਾਈਲ ਪਾਰਟ ਹੈ ਪੋਜ਼ਿਟਿਵ ਚਾਰਜ ਆ ਗਿਆ। ਤਾਂ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡੇ ਕਾਰਬੋਕੇਟਾਈਨ। ਦੈਟ ਮੀਨ ਇਸ ਰਿਐਕਸ਼ਨ ਦੇ ਵਿੱਚ ਕੀ ਬਣ ਰਿਹਾ ਤੁਹਾਡਾ ਕਾਰਬੋਕੇਟਾਈਨ ਇੰਟਰਮੀਡੀਏਟ ਬਣਦਾ ਹੈ। ਤਾਂ ਧਿਆਨ ਰੱਖਣਾ ਜਦੋਂ ਵੀ ਤੁਹਾਡਾ ਇੱਕ ਕਾਰਬੋਕੇਟਾਈਨ ਇੰਟਰਮੀਡੀਏਟ ਬਣਦਾ ਹੈ can undergo rearrangement reaction, undergo ਰੀਅਰੇਂਜਮੈਂਟ ਰਿਐਕਸ਼ਨ ਦੀ ਅੰਡਰਗੋ ਇਹ ਜਾ ਸਕਦਾ ਹੈ। ਆਪਾਂ ਇਹਦੀਆਂ ਕੁਝ ਐਗਜ਼ਾਮਪਲਸ ਵੀ ਇੱਥੇ ਕਰਾਂਗੇ ਨੈਕਸਟ, ਠੀਕ ਹੈ। ਤਾਂ ਇੱਥੇ ਕਾਰਬੋਕੇਟਾਈਨ ਬਣ ਗਿਆ। ਹੁਣ ਦੇਖੋ ਨੈਕਸਟ ਸਟੈਪ ਦੇ ਵਿੱਚ ਕੀ ਹੈ ਕਿ ਜੋ ਤੁਹਾਡਾ ਕਾਰਬੋਕੇਟਾਈਨ ਬਣਿਆ ਹੈ ਤੇ ਜੋ ਤੁਹਾਡਾ ਇੱਥੇ ਹੈਲੋਜਨ ਬਾਹਰ ਨਿਕਲਿਆ ਸੀ ਹੈਲੋਜਨ ਕੀ ਕਰੇਗਾ ਇਸ ਤੇ ਅਟੈਕ ਕਰ ਦੇਗਾ ਤਾਂ ਤੁਹਾਡਾ ਪ੍ਰੋਡਕਟ ਕੀ ਬਣ ਜਾਏਗਾ ਇੱਥੇ RX ਹੈਲੋ ਐਲਕੇਨ ਦੀ ਫਾਰਮੇਸ਼ਨ ਹੋ ਜੇ। ਤਾਂ ਦੇਖੋ ਹੁਣ ਮਕੈਨਿਜ਼ਮ ਦੇ ਵਿੱਚ ਦੋ ਤਿੰਨ ਗੱਲਾਂ ਆਪਾਂ ਧਿਆਨ ਨਾਲ ਦੇਖਦੇ ਹਾਂ ਕਿ ਮਕੈਨਿਜ਼ਮ ਹੋ ਕੀ ਰਿਹਾ ਹੈ। ਦੇਖੋ ਮਕੈਨਿਜ਼ਮ ਦੇ ਵਿੱਚ ਪਹਿਲੇ ਸਟੈਪ ਦੇ ਵਿੱਚ ਕੀ ਹੋਇਆ ਹੈ ਤੁਹਾਡਾ HX ਦਾ ਬੌਂਡ ਬ੍ਰੇਕ ਕੀਤਾ ਹੈ। HX ਦਾ ਬੌਂਡ ਕੀ ਕੀਤਾ ਹੈ ਬ੍ਰੇਕ। ਤਾਂ ਜੋ ਹੈਲੋਜਨ ਤੁਹਾਡਾ X ਹੈ ਜੋ ਜਿੰਨਾ ਛੇਤੀ ਤੁਹਾਡਾ ਬੌਂਡ ਨੂੰ ਕਲੀਵ ਕਰੇਗਾ ਰਿਐਕਸ਼ਨ ਉਨੀ ਫਾਸਟ ਹੋਏਗੀ। ਤਾਂ ਆਪਾਂ ਇਹ ਪੁਆਇੰਟ ਕਹਿ ਸਕਦੇ ਹਾਂ ਕਿ ਦੇਖੋ ਇੱਥੇ ਤੁਹਾਡੇ ਕੋਲ ਵੇਰੀਏਸ਼ਨ ਹੈ ਕਿ ਤੁਸੀਂ HF ਲੈ ਸਕਦੇ ਹੋ, ਤੁਸੀਂ HCl ਲੈ ਸਕਦੇ ਹੋ, ਤੁਸੀਂ ਇੱਥੇ HBr ਲੈ ਸਕਦੇ ਹੋ, ਤੁਸੀਂ ਇੱਥੇ HI ਲੈ ਸਕਦੇ ਹੋ। ਤਾਂ ਪਹਿਲੇ ਸਟੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਤੁਹਾਡਾ ਹਾਈਡਰੋਜਨ ਤੇ ਹੈਲੋਜਨ ਦਾ ਬੌਂਡ ਕਲੀਵ ਕਰਦਾ ਹੈ। ਤਾਂ ਕਿਹੜਾ ਬੌਂਡ ਸਭ ਤੋਂ ਜ਼ਿਆਦਾ ਵੀਕ ਹੁੰਦਾ ਹੈ ਤੁਹਾਨੂੰ ਪਤਾ ਹੈ ਤੁਹਾਡਾ ਹਾਈਡਰੋਜਨ ਤੇ ਆਇਓਡੀਨ ਦਾ। ਰੀਜ਼ਨ ਕੀ ਹੈ ਕਿਉਂਕਿ ਸਾਈਜ਼ ਡਿਫਰੈਂਸ ਹੋਣ ਕਰਕੇ ਬੌਂਡ ਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹਨੂੰ ਤੋੜਨਾ ਬਹੁਤ ਹੀ ਆਸਾਨ ਹੋ ਜਾਂਦਾ ਹੈ। ਤਾਂ ਇਹਦਾ ਰਿਐਕਟੀਵਿਟੀ ਦਾ ਆਰਡਰ ਕੀ ਆਏਗਾ ਤੁਹਾਡਾ ਅਗਰ ਤੁਸੀਂ HI ਲੈਣੇ ਹੋ ਰਿਐਕਸ਼ਨ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਫਾਸਟ ਰਿਐਕਟ ਕਰੇਗਾ ਐਜ਼ ਕੰਪੇਅਰ ਟੂ ਯਰ ਅਦਰ HX ਬੌਂਡ। ਤਾਂ ਪਹਿਲਾ ਪੁਆਇੰਟ ਆਪਾਂ ਨੂੰ ਇਹ ਪਤਾ ਚੱਲ ਗਿਆ।
ਦੂਸਰਾ ਪੁਆਇੰਟ ਰਿਐਕਸ਼ਨ 'ਚ ਕੀ ਹੋ ਰਿਹਾ ਹੈ ਕਿ ਤੁਹਾਡਾ ਇੰਟਰਮੀਡੀਏਟ ਕੀ ਬਣ ਰਿਹਾ ਤੁਹਾਡਾ ਕਾਰਬੋਕੇਟਾਇਨ, ਇੰਟਰਮੀਡੀਏਟ ਕੀ ਬਣ ਰਿਹਾ ਤੁਹਾਡਾ ਕਾਰਬੋਕੇਟਾਇਨ। ਐਂਡ ਤੁਹਾਨੂੰ ਪਤਾ ਹੈ ਕਾਰਬੋਕੇਟਾਇਨ ਦੀ ਸਟੇਬਿਲਿਟੀ ਦਾ ਆਰਡਰ ਕੀ ਹੁੰਦਾ ਹੈ, ਕਾਰਬੋਕੇਟਾਇਨ ਦੀ ਸਟੇਬਿਲਿਟੀ ਦਾ ਆਰਡਰ ਕੀ ਹੁੰਦਾ ਹੈ, ਟਰਸ਼ਰੀ ਕਾਰਬੋਕੇਟਾਇਨ ਸਭ ਤੋਂ ਜ਼ਿਆਦਾ ਸਟੇਬਲ, ਦੈਨ ਸੈਕੰਡਰੀ, ਦੈਨ ਪ੍ਰਾਇਮਰੀ। ਤਾਂ ਹੁਣ ਦੇਖੋ ਕਾਰਬੋਕੇਟਾਇਨ ਕਿੱਥੋਂ ਜਨਰੇਟ ਹੋ ਰਿਹਾ ਤੁਹਾਡੇ ਐਲਕੋਹਲ ਤੋਂ, ਸੋ ਦੈਟ ਮੀਨਸ ਇੱਥੇ ਰਿਐਕਟੀਵਿਟੀ ਆਰਡਰ ਆਫ ਯੋਰ ਐਲਕੋਹਲ ਦਾ ਕੀ ਆਏਗਾ, ਟਰਸ਼ਰੀ ਸਭ ਤੋਂ ਜ਼ਿਆਦਾ ਫਾਸਟ ਕਰੇਗੀ, ਸੈਕੰਡਰੀ, ਦੈਨ ਤੁਹਾਡੀ ਕੀ ਆਏਗੀ ਪ੍ਰਾਇਮਰੀ ਐਲਕੋਹਲ। ਤਾਂ ਇੱਥੇ ਅਗਰ ਤੁਸੀਂ ਕੰਪੇਅਰ ਕਰੋਗੇ ਰਿਐਕਟੀਵਿਟੀ ਆਰਡਰ ਆਫ ਐਲਕੋਹਲ ਕਿ ਐਲਕੋਹਲ ਕਿਹੜਾ ਚੂਜ਼ ਕਰੋ, ਰਿਐਕਟੀਵਿਟੀ ਆਰਡਰ ਆਫ ਐਲਕੋਹਲ ਕਿਹੜਾ ਐਲਕੋਹਲ ਚੂਜ਼ ਕਰੋਗੇ ਤਾਂ ਰਿਐਕਸ਼ਨ ਫਾਸਟ ਹੋਏਗੀ, ਕਿ ਅਗਰ ਆਪਾਂ ਟਰਸ਼ਰੀ ਐਲਕੋਹਲ ਲੈ ਲਈਏ ਤਾਂ ਉਹ ਸਭ ਤੋਂ ਫਾਸਟ ਰਿਐਕਸ਼ਨ ਕਰੇਗਾ, ਦੈਨ ਸੈਕੰਡਰੀ, ਦੈਨ ਸਭ ਤੋਂ ਸਲੋ ਰਿਐਕਸ਼ਨ ਕੌਣ ਕਰੇਗਾ ਤੁਹਾਡਾ ਪ੍ਰਾਇਮਰੀ। ਰੀਜ਼ਨ ਕੀ ਹੈ ਕਿ ਜੋ ਤੁਹਾਡਾ ਅਲਕੋਹਲ ਜੋ ਟਰਸ਼ਰੀ ਅਲਕੋਹਲ ਹੋਏਗਾ ਉਹ ਤੁਹਾਡੇ ਟਰਸ਼ਰੀ ਕਾਰਬੋਕੇਟਾਇਨ ਦੀ ਜਨਰੇਸ਼ਨ ਕਰੇਗਾ, ਤੇ ਟਰਸ਼ਰੀ ਕਾਰਬੋਕੇਟਾਇਨ ਤੁਹਾਡਾ ਸਭ ਤੋਂ ਜ਼ਿਆਦਾ ਸਟੇਬਲ ਹੁੰਦਾ ਹੈ, ਤੇ ਜਿਸ ਕਰਕੇ ਕੀ ਹੈ ਸਭ ਤੋਂ ਛੇਤੀ ਫਾਰਮ ਹੋਏਗਾ, ਤੇ ਰਿਐਕਸ਼ਨ ਓਨੀ ਹੀ ਜ਼ਿਆਦਾ ਕੀ ਹੋ ਜਾਏਗੀ ਤੁਹਾਡੀ ਫਾਸਟ ਹੋ ਜਾਏਗੀ। ਤਾਂ ਦੇਖੋ ਮੈਂ ਹੁਣ ਤੁਹਾਨੂੰ ਹੁਣੇ ਦੱਸ ਕੇ ਹਟਿਆ ਹਾਂ ਕਿ ਜੋ ਤੁਹਾਡਾ ਪ੍ਰਾਇਮਰੀ ਹੈ ਤੇ ਸੈਕੰਡਰੀ ਐਲਕੋਹਲਸ ਹੁੰਦੇ ਨੇ ਉਹ ਬਹੁਤ ਹੀ ਲੈਸ ਰਿਐਕਟਿਵ ਹੁੰਦੇ ਨੇ, ਪ੍ਰਾਇਮਰੀ ਤੇ ਸੈਕੰਡਰੀ ਜੋ ਤੁਹਾਡੇ ਐਲਕੋਹਲਸ ਹੁੰਦੇ ਨੇ ਸ਼ੋ ਲੈਸ ਰਿਐਕਟਿਵਿਟੀ, ਹੈ ਨਾ, ਸ਼ੋ ਲੈਸ ਰਿਐਕਟਿਵਿਟੀ। ਤਾਂ ਉਹਨਾਂ ਦੀ ਰਿਐਕਟਿਵਿਟੀ ਨੂੰ ਇਨਹਾਂਸ ਕਰਨ ਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਟੂ ਇਨਹਾਂਸ देयर ਰਿਐਕਟਿਵਿਟੀ, ਟੂ ਇਨਹਾਂਸ देयर ਰਿਐਕਟਿਵਿਟੀ ਆਪਾਂ ਉਹਨਾਂ ਦੇ ਵਿੱਚ ਕੀ ਐਡ ਕਰਦੇ ਹਾਂ, ਆਪਾਂ ਜ਼ਿੰਕ ਕਲੋਰਾਈਡ ਐਡ ਕਰ ਦਿੰਦੇ ਹਾਂ। ਆਪਾਂ ਕੀ ਯੂਜ਼ ਕਰਦੇ ਹਾਂ, ਐਨਹਾਈਡਰਸ ਜ਼ਿੰਕ ਕਲੋਰਾਈਡ। ਐਨਹਾਈਡਰਸ ਜ਼ਿੰਕ ਕਲੋਰਾਈਡ ਐਡ ਕਰਨ ਦੇ ਨਾਲ ਕੀ ਹੋ ਜਾਂਦੀ ਹੈ ਕਿ ਜੋ ਤੁਹਾਡੇ ਪ੍ਰਾਇਮਰੀ ਅਲਕੋਹਲ ਹੈ ਤੇ ਜੋ ਤੁਹਾਡਾ ਸੈਕੰਡਰੀ ਅਲਕੋਹਲ ਹੈ ਉਹ ਰਿਐਕਸ਼ਨ ਦੇਣ ਲੱਗ ਜਾਂਦੀਆਂ ਨੇ, ਮਤਲਬ ਰਿਐਕਸ਼ਨ ਥੋੜਾ ਜਲਦੀ ਕੰਪਲੀਟ ਹੋ ਜਾਂਦੀ ਹੈ ਇਨ ਦਾ ਪ੍ਰੈਜ਼ੈਂਸ ਆਫ ਯੋਰ ਐਨਹਾਈਡਰਸ ਜ਼ਿੰਕ ਕਲੋਰਾਈਡ। ਤਾਂ ਦੇਖੋ ਕੀ ਹੈ ਕਿ ਜਿੱਦਾਂ ਹੀ ਤੁਸੀਂ ਪ੍ਰਾਇਮਰੀ ਅਲਕੋਹਲ ਲਿੱਤਾ, this is known as your ethanol, ਉਸਦੀ ਰਿਐਕਸ਼ਨ ਤੁਸੀਂ HCl ਨਾਲ ਕਰਵਾਈ in the presence of your anhydrous zinc chloride, ਤਾਂ ਰਿਐਕਸ਼ਨ ਤੁਹਾਡੀ ਪ੍ਰੋਸੀਡ ਹੋ ਜਾਂਦੀ ਹੈ to convert your alcohol into your corresponding halide, ਤੇ ਪਲੱਸ ਬਣ ਜਾਂਦਾ ਹੈ ਤੁਹਾਡਾ ਇੱਥੇ ਵਾਟਰ। ਸਿਮਿਲਰਲੀ ਅਗਰ ਤੁਸੀਂ ਇੱਥੇ ਸੈਕੰਡਰੀ ਅਲਕੋਹਲ ਲੈਣੇ ਹੋ, ਸਿਮਿਲਰਲੀ ਅਗਰ ਤੁਸੀਂ ਇੱਥੇ ਸੈਕੰਡਰੀ ਅਲਕੋਹਲ ਲੈਣੇ ਹੋ ਤਾਂ ਸੈਕੰਡਰੀ ਅਲਕੋਹਲ ਦੇ ਵਿੱਚ ਵੀ ਸੇਮ ਪ੍ਰੋਸੈਸ ਹੁੰਦਾ ਹੈ ਕਿ ਅਗਰ ਤੁਸੀਂ ਉਸਨੂੰ ਐਨਹਾਈਡਰਸ ਜ਼ਿੰਕ ਕਲੋਰਾਈਡ ਦੇ ਨਾਲ ਕਰਵਾਉਂਦੇ ਹੋ ਤਾਂ ਇੱਥੇ ਜੋ ਤੁਹਾਡਾ ਅਲਕੋਹਲ ਪਾਰਟ ਹੈ that will be replaced by your chlorine atom, that will be replaced by your chlorine atom। ਠੀਕ ਹੈ, ਨਾਲ ਤੁਹਾਡਾ ਕੋਰਸਪੋਂਡਿੰਗ ਕੀ ਹੈ ਇੱਥੇ ਵਾਟਰ ਕੀ ਹੋ ਜਾਂਦਾ ਹੈ, ਰਿਲੀਜ਼ ਹੋ ਜਾਂਦਾ ਹੈ। ਤਾਂ ਦੇਖੋ ਜੋ ਆਹ ਪ੍ਰੋਸੈਸ ਮੈਂ ਲਿਖਿਆ ਹੈ ਇਨ ਦਾ ਪ੍ਰੈਜ਼ੈਂਸ ਆਫ ਐਨਹਾਈਡਰਸ ਜ਼ਿੰਕ ਕਲੋਰਾਈਡ, ਇਹ ਰਿਐਕਸ਼ਨ, ਤਾਂ ਇਸ ਨੂੰ ਆਪਾਂ ਬੋਲਦੇ ਹਾਂ ਗਰੂਵਸ ਪ੍ਰੋਸੈਸ, ਇਸ ਨੂੰ ਆਪਾਂ ਬੋਲਦੇ ਹਾਂ ਗਰੂਵਸ ਪ੍ਰੋਸੈਸ। ਤਾਂ ਇਹ ਗਰੂਵਸ ਇੱਕ ਸਾਇੰਟਿਸਟ ਸੀ ਜਿਸਨੇ ਇਸ ਪ੍ਰੋਸੈਸ ਦੀ ਡਿਸਕਵਰੀ ਕੀਤੀ, ਜਿਸ ਕਰਕੇ ਇਸ ਪ੍ਰੋਸੈਸ ਦਾ ਨਾਮ ਕੀ ਪਿਆ ਤੁਹਾਡਾ ਗਰੂਵਸ ਪ੍ਰੋਸੈਸ। ਬਟ ਇੱਕ ਪੁਆਇੰਟ ਧਿਆਨ ਚ ਰੱਖਣਾ, ਕਿਉਂਕਿ ਐਜ਼ ਜੋ ਤੁਹਾਡੇ ਟਰਸ਼ਰੀ ਐਲਕੋਹਲਸ ਹੁੰਦੇ ਨੇ ਆਰ ਵੈਰੀ ਰਿਐਕਟਿਵ, ਠੀਕ ਹੈ, ਆਰ ਵੈਰੀ ਰਿਐਕਟਿਵ, ਤਾਂ ਉਹਨਾਂ ਨੂੰ therefore no requirement of, therefore no requirement of anhydrous zinc chloride, ਤਾਂ ਉਹਨਾਂ ਨੂੰ ਰਿਐਕਸ਼ਨ ਕਰਵਾਉਣ ਦੇ ਲਈ ਤੁਹਾਡੀ anhydrous zinc chloride ਦੀ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਉਹ ਤੁਹਾਡੇ anhydrous zinc chloride ਦੀ ਐਬਸੈਂਸ ਦੇ ਵਿੱਚ ਹੀ ਤੁਹਾਡਾ ਪ੍ਰੋਡਕਟ ਨੂੰ ਜਨਰੇਟ ਕਰ ਸਕਦੇ ਨੇ in the presence of your HX molecule। ਤਾਂ ਉੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਮਤਲਬ ਐਨਹਾਈਡਰਸ ਜ਼ਿੰਕ ਕਲੋਰਾਈਡ ਨੂੰ ਯੂਜ਼ ਕਰਨ ਦੀ ਰਿਕੁਆਇਰਮੈਂਟ ਨਹੀਂ ਹੈ। ਰਿਐਕਸ਼ਨ ਬਿਲਕੁਲ ਰੂਮ ਟੈਂਪਰੇਚਰ, ਜਿਸ ਨੂੰ ਮੈਂ RT ਲਿਖ ਰਿਹਾ ਹਾਂ, ਰੂਮ ਟੈਂਪਰੇਚਰ ਤੇ ਹੀ ਪ੍ਰੋਸੀਡ ਹੋ ਜਾਂਦੀ ਹੈ, ਜਿੱਥੇ ਜੋ ਤੁਹਾਡਾ ਅਲਕੋਹਲ ਹੈ OH ਗਰੁੱਪ ਹੈ ਉਹ ਰਿਪਲੇਸ ਹੋ ਜਾਂਦਾ ਹੈ ਤੁਹਾਡਾ ਕੋਰਸਪੋਂਡਿੰਗ ਹੈਲੋਜਨ ਦੇ ਨਾਲ ਬਾਈ ਲੀਵਿੰਗ ਯੂਅਰ ਵਾਟਰ। ਤਾਂ ਕੁਐਸਚਨ ਲਿਖੋ, ਤੁਹਾਡਾ ਕੁਐਸਚਨ ਹੈ ਤੁਹਾਡਾ CH3 C CH3 CH3 CH2OH, ਅਗਰ ਮੈਂ ਇਸ ਦੀ ਰਿਐਕਸ਼ਨ ਤੁਹਾਡਾ HX ਦੇ ਨਾਲ ਕਰਦਾ ਹਾਂ in the presence of anhydrous zinc chloride, what will be the product form, ਤਾਂ ਤੁਸੀਂ ਮੈਨੂੰ ਇੱਥੇ ਪ੍ਰੋਡਕਟ ਲਿਖ ਕੇ ਦਿਖਾਣਾ ਹੈ, ਪ੍ਰੋਡਕਟ ਕੀ ਬਣੇਗਾ। ਤਾਂ ਦੇਖੋ ਇੱਥੇ ਪ੍ਰੋਡਕਟ ਕੀ, ਦੇਖੋ ਤੁਹਾਨੂੰ ਕੀ ਲੱਗਣਾ ਚਾਹੀਦਾ ਹੈ, ਵੈਸੇ ਤੁਸੀਂ ਕਹੋਗੇ ਇੱਥੇ OH ਹੈ ਉਸਨੂੰ ਰਿਪਲੇਸ ਕਰਕੇ ਕੀ ਬਣਨਾ ਚਾਹੀਦਾ ਹੈ ਤੁਹਾਡਾ
Cl है ना। ਤਾਂ ਆਪਣੇ ਮਨ ਦੇ ਵਿੱਚ common ਜਾਹੀ ਚੀਜ਼ ਹੈ, ਆਪਾਂ ਹੀ ਚੀਜ਼ ਕਰਦੇ ਹਾਂ ਕਿ ਇੱਥੇ ਤੁਸੀਂ OH ਨੂੰ replace ਕਰਕੇ Cl ਬਣਨਾ ਚਾਹੀਦਾ, ਇਹ product ਬਣਨਾ ਚਾਹੀਦਾ ਹੈ। ਬਟ ਇੱਥੇ ਜਿਹੜਾ ਆਹ product ਹੈ ਇਹ ਤੁਹਾਡਾ ਕੀ ਬਣਦਾ ਹੈ, ਮਾਈਨਰ ਬਣਦਾ ਹੈ। ਮੇਜਰ ਪ੍ਰੋਡਕਟ ਕੀ ਬਣੇਗਾ ਤੇ ਤੁਹਾਡਾ CH3, CH3, ਇੱਥੇ ਕੀ ਬਣੇਗਾ ਤੁਹਾਡਾ Cl, ਨਾਲ ਕੀ ਬਣੇਗਾ ਤੇ CH2, CH3। this one becomes your major product। ਹੁਣ ਦੇਖੋ ਕੁਐਸਚਨ ਆਂਦਾ ਹੈ ਕਿ ਇਹ ਕਿੱਦਾਂ ਬਣਿਆ, ਤਾਂ ਹੁਣ ਆਪਾਂ ਇਸ ਚੀਜ਼ ਨੂੰ ਡਿਸਕਸ ਕਰਦੇ ਹਾਂ ਕਿ ਆਪਣੇ ਕੋਲ ਇਹ ਪ੍ਰੋਡਕਟ ਕਿੱਦਾਂ ਫਾਰਮ ਹੋਇਆ। ਤਾਂ ਦੇਖੋ ਹੁਣ ਇਹ ਪ੍ਰੋਡਕਟ ਫਾਰਮ ਕਿੱਦਾਂ ਹੋਇਆ ਇਸ ਨੂੰ ਸਮਝਦੇ ਹਾਂ। ਤਾਂ ਦੇਖੋ ਇਸ ਨੂੰ ਸਮਝਣ ਦੇ ਲਈ ਆਪਾਂ ਨੂੰ ਕੀ ਜਾਣਾ ਪਏਗਾ, ਇਹਦੇ ਮਕੈਨਿਜ਼ਮ ਦੇ ਵਿੱਚ। ਤਾਂ ਮਕੈਨਿਜ਼ਮ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਮਕੈਨਿਜ਼ਮ ਦੇ ਵਿੱਚ ਕੀ ਜਨਰੇਟ ਹੋਏਗਾ ਤੁਹਾਡਾ ਇੱਥੇ, ਕਾਰਬੋਕੈਟਾਇਨ। ਕੀ ਜਨਰੇਟ ਹੋਏਗਾ ਤੁਹਾਡਾ ਇੱਥੇ, ਕਾਰਬੋਕੈਟਾਇਨ। ਦੇਖੋ ਜਦੋਂ ਤੁਹਾਡਾ ਵਾਟਰ ਨਿਕਲਿਆ ਹੈ ਤਾਂ ਇੱਥੇ ਕਾਰਬੋਕੈਟਾਇਨ ਕੀ ਬਣਿਆ ਹੈ, 1 ਡਿਗਰੀ ਕਾਰਬੋਕੈਟਾਇਨ ਬਣਿਆ ਹੈ, ਜੋ ਕਿ ਤੁਹਾਡਾ ਇੱਥੇ ਸਟੇਬਲ ਨਹੀਂ ਹੁੰਦਾ। ਤਾਂ ਪਹਿਲਾ ਕੰਮ ਕੀ ਹੋਏਗਾ, ਇਹ ਕੀ ਹੋਏਗਾ ਇੱਥੇ ਰੀਅਰੇਂਜ ਹੋਏਗਾ। ਇਹ ਕੀ ਹੋਏਗਾ ਤੁਹਾਡਾ ਇੱਥੇ ਰੀਅਰੇਂਜ ਹੋਏਗਾ। ਕਿੱਦਾਂ ਹੋਏਗਾ ਕਿ ਇੱਥੋਂ ਦੇਖੋ ਤੁਹਾਡਾ ਜੋ ਅਲਫਾ ਕਾਰਬਨ ਹੈ ਉਸ ਤੋਂ ਇੱਕ ਮਿਥਾਈਲ ਗਰੁੱਪ ਇਸ ਕਾਰਬਨ ਤੇ ਅਟੈਕ ਕਰੇਗਾ, ਜਿਸ ਨੂੰ ਆਪਾਂ ਕੀ ਬੋਲਾਂਗੇ ਤੁਹਾਡਾ 1,2 ਮਿਥਾਈਲ ਸ਼ਿਫਟ। ਇੱਥੇ ਕੀ ਕਰੇਗਾ ਤੁਹਾਡਾ ਮਿਥਾਈਲ ਗਰੁੱਪ ਸ਼ਿਫਟ ਕਰੇਗਾ ਆਪਣੇ ਇਲੈਕਟ੍ਰੋਨਸ ਨੂੰ ਲੈ ਕੇ। ਤਾਂ ਜਿੱਦਾਂ ਹੀ ਇਸਨੇ ਆਪਣੇ ਇਲੈਕਟ੍ਰੋਨਸ ਨੂੰ ਲੈ ਕੇ ਸ਼ਿਫਟ ਕੀਤਾ, ਤਾਂ ਜਿਸ ਕਾਰਬਨ ਤੋਂ ਇਹ ਸ਼ਿਫਟ ਕਰ ਰਿਹਾ ਹੈ ਉਸ ਕਾਰਬਨ ਤੇ ਕੀ ਚਾਰਜ ਆਏਗਾ, ਪੋਜ਼ਿਟਿਵ। ਇੱਥੇ ਤੁਹਾਡਾ ਦੇਖੋ CH2 ਸੀ, ਜੋ ਤੁਹਾਡਾ CH3 ਜਾ ਰਿਹਾ ਹੈ ਉਹ ਆਪਣੇ ਇਲੈਕਟ੍ਰੋਨ ਲੈ ਕੇ ਜਾ ਰਿਹਾ ਹੈ ਨਾ। ਤਾਂ CH2 ਪੋਜ਼ਿਟਿਵ ਜੋ ਹੈ ਉਹ ਨਿਊਟਰਲਾਈਜ਼ ਹੋ ਜਾਏਗਾ। ਤਾਂ ਦੇਖੋ ਹੁਣ ਤੁਸੀਂ ਦੇਖੋ ਜਦੋਂ ਹੀ ਇੱਥੇ ਮਿਥਾਈਲ ਸ਼ਿਫਟ ਕੀਤਾ ਤਾਂ ਜੋ ਇੱਥੇ ਕਾਰਬੋਕੇਟਾਇਨ ਬਣ ਰਿਹਾ ਹੈ ਉਹ ਕੀ ਬਣ ਰਿਹਾ ਤੁਹਾਡਾ ਇੱਥੇ ਟਰਸ਼ਰੀ ਕਾਰਬੋਕੇਟਾਇਨ ਫਾਰਮ ਹੋ ਰਿਹਾ ਹੈ। ਤੇ ਟਰਸ਼ਰੀ ਕਾਰਬੋਕੇਟਾਇਨ ਕੀ ਹੁੰਦਾ ਹੈ ਤੁਹਾਡਾ, ਸਟੇਬਲ ਹੁੰਦਾ ਹੈ, ਜਿਸ ਤੇ ਹੁਣ ਤੁਹਾਡਾ ਕੀ ਹੈ, ਜੋ ਵੀ ਤੁਹਾਡਾ ਹੈਲੋਜਨ ਹੈ Cl ਨੈਗੇਟਿਵ ਉਹ ਅਟੈਕ ਕਰ ਦੇਗਾ। ਤਾਂ ਜੋ ਤੁਹਾਡਾ ਡਿਜ਼ਾਇਰਡ ਪ੍ਰੋਡਕਟ ਹੈ ਉਹ ਕੀ ਬਣ ਜਾਏਗਾ ਤੁਹਾਡੇ ਕੋਲ ਇੱਥੇ CH3, C, CH3, ਇੱਥੇ ਕੀ ਆ ਜਾਏਗਾ ਤੁਹਾਡਾ Cl, ਨਾਲ ਕੀ ਬਣ ਜਾਏਗਾ CH2, CH3। So this will be your desired product। ਇਸਦਾ IUPAC name ਕੀ ਹੋਏਗਾ ਦੇਖੋ 1, 2, 3 ਤੇ 4। ਕਿਉਂਕਿ ਦੇਖੋ ਕਲੋਰੀਨ ਅਲਫਾਬੈਟਿਕਲੀ ਪਹਿਲਾਂ ਆਉਂਦਾ ਹੈ, ਤੁਸੀਂ ਲਿਖੋਗੇ 2 ਕਲੋਰੋ ਤੇ 2 ਪੋਜੀਸ਼ਨ ਤੇ ਕੀ ਲੱਗਿਆ ਹੋਇਆ ਤੁਹਾਡਾ ਮਿਥਾਈਲ, 2 ਕਲੋਰੋ 2 ਮਿਥਾਈਲ ਤੇ 4 ਵਾਲੀ ਕਾਰਬਨ ਹੈ ਉਹ ਆਪਾਂ ਕੀ ਲਿਖਾਂਗੇ, ਬਿਊਟੇਨ। So this is how your product will be formed in this case। next second method ਲਿਖ ਸਕਦੇ ਹੋ ਤੁਸੀਂ। second method ਲਿਖ ਲਓ, ਕਿਸ ਨਾਲ prepare ਕਰ ਸਕਦੇ ਹੋ, by the action of phosphorus halides। by action of phosphorus halide, phosphorus halide। ਤਾਂ ਦੇਖੋ ਹੁਣ ਆਪਾਂ ਨਾ ਇਹਨਾਂ ਦਾ ਡੀਪ ਮਕੈਨਿਜ਼ਮ ਚ ਨਹੀਂ ਜਾਵਾਂਗੇ ਕਿਉਂਕਿ ਪ੍ਰੋਡਕਟ ਉਹੀ ਬਣਨਾ ਹੈ। ਬਸ ਤੁਹਾਨੂੰ ਮੈਂ ਅੰਡਰਸਟੈਂਡ ਕਰਵਾ ਦੇਣਾ ਕਿ ਰਿਐਕਸ਼ਨ ਚ ਹੋਏਗਾ ਕੀ। ਮੰਨ ਲਓ ਤੁਹਾਡਾ ਦੇਖੋ ਇੱਥੇ ਐਲਕੋਹਲ ਹੈ, ਫੋਸਫੋਰਸ ਹੈਲਾਈਡ ਦੇਖੋ ਤੁਹਾਡਾ PCl3 ਹੋ ਸਕਦਾ ਹੈ। ਤਾਂ ਇੱਥੇ ਦੇਖੋ ਪ੍ਰੋਡਕਟ ਕੀ ਕਰੋਗੇ, ਦੇਖੋ ਹੋਣਾ ਉਹੀ ਹੈ ਕਿ ਜੋ ਤੁਹਾਡਾ OH ਬੌਂਡ ਹੈ that will be replaced by your Cl। ਹੁਣ ਦੇਖੋ ਇੱਥੇ ਫਰਕ ਕੀ ਪੈਂਦਾ ਹੈ ਕਿ ਜੋ ਤੁਹਾਡਾ ਸਾਈਡ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ, ਕਿਉਂਕਿ ਹੁਣ ਇੱਥੇ ਤੁਹਾਡਾ HX ਨਹੀਂ ਹੈ ਕਿ ਜੋ ਤੁਸੀਂ ਸਿੰਪਲੀ ਉੱਥੇ ਵਾਟਰ ਬਣਾ ਦੋਗੇ। ਤਾਂ ਦੇਖੋ ਸਾਈਡ ਪ੍ਰੋਡਕਟ ਬਣਾਉਣ ਲਈ ਦੇਖੋ ਇੱਕ ਚੀਜ਼ ਦੱਸਦਾ ਹਾਂ, ਦੇਖੋ ਇੱਥੇ ਫੋਸਫੋਰਸ ਦੀ ਆਕਸੀਡੇਸ਼ਨ ਸਟੇਟ ਕੀ ਹੈ, +3। ਤਾਂ ਜਦੋਂ ਵੀ ਇਸ ਤਰ੍ਹਾਂ ਦੀਆਂ ਰਿਐਕਸ਼ਨਸ ਕਰਵਾਉਣੀ ਹੋ ਤਾਂ ਜਨਰਲੀ ਕੀ ਹੁੰਦਾ ਹੈ, ਉੱਥੇ ਜੋ ਆਕਸੀਡੇਸ਼ਨ ਸਟੇਟ ਹੈ ਉਹ ਜਨਰਲੀ ਕੀ ਰਹਿੰਦੀ ਹੈ, ਸੇਮ ਰਹਿੰਦੀ ਹੈ। ਤਾਂ ਫੋਸਫੋਰਸ ਦਾ ਇਸ ਤਰ੍ਹਾਂ ਦਾ ਕੰਪਾਊਂਡ ਲਿਖਣਾ ਹੈ ਜਿਹਦੇ ਵਿੱਚ ਤੁਹਾਡੀ ਜੋ ਫੋਸਫੋਰਸ ਦੀ ਆਕਸੀਡੇਸ਼ਨ ਸਟੇਟ ਹੈ ਔਨ ਕੰਬਾਈਨਿੰਗ ਵਿਦ ਯੂਅਰ ਹਾਈਡਰੋਜਨ ਐਂਡ ਆਕਸੀਜਨ ਉਹ ਕਿੰਨੀ ਹੋਵੇ, +3। ਤੇ ਉਹ ਤੁਹਾਡਾ ਕੀ ਹੁੰਦਾ ਹੈ, ਤੁਹਾਡਾ H3PO3। ਤਾਂ ਜਿਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਫੋਸਫੋਰਸ ਐਸਿਡ। ਫੋਸਫੋਰਸ ਐਸਿਡ ਜਿਹਦੇ ਵਿੱਚ ਜੋ ਤੁਹਾਡੀ ਫੋਸਫੋਰਸ ਦੀ ਆਕਸੀਡੇਸ਼ਨ ਸਟੇਟ ਕੀ ਹੁੰਦੀ ਹੈ, +3। ਦੇਖੋ ਇਹ ਸਾਰੇ ਸਟਰਕਚਰ ਆਪਾਂ ਰਿਡੌਕਸ ਦੇ ਵਿੱਚ ਤੁਹਾਨੂੰ ਮੈਂ ਪੜ੍ਹਾ ਚੁੱਕਿਆ ਹਾਂ। ਫੋਸਫੋਰਿਕ ਐਸਿਡ, ਫੋਸਫੋਰਸ ਐਸਿਡ, ਹਾਈਪੋਫੋਸਫੋਰਸ ਐਸਿਡ, ਪਾਇਰੋਫੋਸਫੋਰਿਕ ਐਸਿਡ, ਸਾਰੀਆਂ ਟ੍ਰਿਕਸ ਵੀ ਤੁਹਾਨੂੰ ਦੱਸੀਆਂ ਹੋਈਆਂ ਨੇ ਕਿ ਕਿੱਦਾਂ ਤੁਸੀਂ ਉਸਨੂੰ ਯਾਦ ਕਰਨਾ ਹੈ। ਤਾਂ ਠੀਕ ਹੈ, ਜਦੋਂ ਵੀ ਤੁਹਾਡਾ ਫੋਸਫੋਰਸ ਹੈਲਾਈਡ ਦੀ ਰਿਐਕਸ਼ਨ ਹੋਏਗੀ ਤਾਂ ਤੁਸੀਂ ਏਦਾਂ ਬਸ ਦਿਮਾਗ ਦੇ ਵਿੱਚ ਰੱਖਣਾ ਹੈ। ਮੰਨ ਲਓ ਹੁਣ ਤੁਹਾਡਾ ਇੱਥੇ PCl3 ਨਾ ਹੋ ਕੇ ਇੱਥੇ ਕੀ ਹੁੰਦਾ ਤੁਹਾਡਾ PCl5। ਤਾਂ ਤੁਸੀਂ ਇੱਥੇ ਦੇਖੋ ਫੋਸਫੋਰਸ ਦੀ ਆਕਸੀਡੇਸ਼ਨ ਸਟੇਟ ਕੀ ਹੈ, +5। ਤਾਂ ਹੁਣ ਤੁਸੀਂ ਜੋ ਵੀ ਇੱਥੇ ਪ੍ਰੋਡਕਟ ਬਣਾਓਗੇ, ਪ੍ਰੋਡਕਟ ਦੇਖੋ ਬਣਨਾ ਤੁਹਾਡਾ ਹੈਲੋ ਐਲਕੀਨ ਹੀ ਹੈ, ਪਰ ਜੋ ਸਾਈਡ ਪ੍ਰੋਡਕਟ ਬਣਾਓਗੇ ਉਹਦੇ ਵਿੱਚ ਫੋਸਫੋਰਸ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੋਣੀ ਚਾਹੀਦੀ ਹੈ ਤੁਹਾਡੀ, +5। ਤਾਂ ਇੱਥੇ ਦੇਖੋ ਫੋਸਫੋਰਸ ਦੀ ਆਕਸੀਡੇਸ਼ਨ ਸਟੇਟ ਕੀ ਹੋਏਗੀ ਤੁਹਾਡੀ +5 ਤੇ ਨਾਲ ਤੁਹਾਡਾ ਕੀ ਹੋਏਗਾ ਇੱਥੇ HCl ਗੈਸ ਕੀ ਹੋਏਗੀ ਤੁਹਾਡੀ ਰਿਲੀਜ਼ ਹੋ ਜਾਏਗੀ।
ਤਾਂ ਤੁਸੀਂ ਇਸ ਤਰ੍ਹਾਂ ਦੇ ਨਾਲ ਇਸ ਰਿਐਕਸ਼ਨ ਨੂੰ ਕੀ ਕਰ ਸਕਦੇ ਹੋ, ਰਿਮਾਈਂਡ ਕਰ ਸਕਦੇ ਹੋ। ਥਰਡ ਮੈਥਡ ਲਿਖੋ, ਬਾਈ ਰਿਐਕਸ਼ਨ ਆਫ ਯੋਰ ਥਾਇਓਨਿਲ ਕਲੋਰਾਈਡ, ਕਿ ਜਦੋਂ ਤੁਸੀਂ ਐਲਕੋਹਲ ਦੀ ਰਿਐਕਸ਼ਨ ਥਾਇਓਨਿਲ ਕਲੋਰਾਈਡ ਦੇ ਨਾਲ ਕਰਦੇ ਹੋ, ਥਾਇਓਨਿਲ ਕਲੋਰਾਈਡ ਕੀ ਹੁੰਦਾ ਤੁਹਾਡਾ SOCl2, ਇਸ ਦੇ ਨਾਲ ਜਦੋਂ ਕਰਦੇ ਹੋ ਰਿਐਕਸ਼ਨ ਤਾਂ ਇੱਥੇ ਪ੍ਰੋਡਕਟ ਕੀ ਬਣਦਾ ਹੈ ਤੁਹਾਡਾ RCl, ਨਾਲ ਕੀ ਹੁੰਦੀ ਹੈ ਤੁਹਾਡੀ SO2 ਗੈਸ ਰਿਲੀਜ਼ ਹੁੰਦੀ ਹੈ, ਪਲੱਸ HCl ਗੈਸ ਰਿਲੀਜ਼ ਹੁੰਦੀ ਹੈ। ਦੇਖੋ ਇਸ ਮੈਥਡ ਨੂੰ ਹੈਲੋ ਐਲਕੀਨ ਬਣਾਉਣ ਦੇ ਲਈ ਬੈਸਟ ਮੈਥਡ ਮੰਨਿਆ ਜਾਂਦਾ ਹੈ। ਰੀਜ਼ਨ ਕੀ ਹੈ, ਕਿਉਂਕਿ ਇੱਥੇ ਜੋ ਤੁਹਾਡੇ ਬਾਈ ਪ੍ਰੋਡਕਟ ਬਣਦੇ ਨੇ ਹਨਾ, ਬਾਈ ਪ੍ਰੋਡਕਟ ਕੀ ਬਣਦੇ ਨੇ ਤੁਹਾਡੇ ਸਲਫਰ ਡਾਈਆਕਸਾਈਡ SO2, ਤੇ ਜੋ ਤੁਹਾਡੀ HCl ਬਣਦੀਆਂ ਨੇ ਉਹ ਕੀ ਹੁੰਦੀਆਂ ਨੇ ਤੁਹਾਡੀਆਂ ਗੈਸ ਫਾਰਮ ਦੇ ਵਿੱਚ ਨੇ, ਬਿਕੋਜ਼ ਜੋ ਤੁਹਾਡੇ ਬਾਈ ਪ੍ਰੋਡਕਟਸ ਨੇ ਉਹ ਕੀ ਹੁੰਦੀਆਂ ਨੇ ਤੁਹਾਡੀਆਂ ਗੈਸ ਨੇ, ਤੇ ਜੋ ਗੈਸਿਸ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ ਤੁਹਾਡੀਆਂ ਈਜ਼ੀਲੀ ਐਸਕੇਪ ਕਰ ਜਾਂਦੀਆਂ ਨੇ। ਈਜ਼ੀਲੀ ਐਸਕੇਪ ਕਾਰਨ ਕਰਕੇ ਇਹ ਕੀ ਹੁੰਦੇ ਨੇ, ਤੁਹਾਨੂੰ ਇਸ ਨੂੰ ਪਿਓਰੀਫਾਈ ਕਰਨ ਦਾ ਕੋਈ ਚੱਕਰ ਨਹੀਂ ਰਹਿੰਦਾ। ਗੈਸਿਸ ਬਣੀਆਂ ਇਮੀਡੀਏਟਲੀ ਤੁਹਾਡੀਆਂ ਐਸਕੇਪ ਹੋ ਗਈਆਂ, ਤੁਹਾਡਾ ਪਿਓਰ ਕੰਪਾਊਂਡ ਹੈਲੋ ਐਲਕੇਨ ਤੁਹਾਡਾ ਰਿਐਕਸ਼ਨ ਮਿਕਸਚਰ ਦੇ ਵਿੱਚ ਤੁਹਾਡਾ ਰਹਿ ਜਾਂਦਾ ਹੈ ਤੁਹਾਡੇ ਸੋਲਿਊਸ਼ਨ ਦੇ ਵਿੱਚ। ਤਾਂ ਕਰਕੇ ਜਦੋਂ ਵੀ ਤੁਸੀਂ ਐਲਕੋਹਲ ਦੀ ਰਿਐਕਸ਼ਨ ਥਾਇਓਨਿਲ ਕਲੋਰਾਈਡ ਦੇ ਨਾਲ ਕਰਵਾਉਂਦੇ ਹੋ ਤਾਂ ਇਸ ਨੂੰ ਬੈਸਟ ਮੈਥਡ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਜੋ ਤੁਹਾਡੇ ਸਾਈਡ ਪ੍ਰੋਡਕਟ ਹੁੰਦੇ ਨੇ ਉਹ ਤੁਹਾਡੇ ਗੈਸਿਸ ਫਾਰਮ ਹੁੰਦੀਆਂ ਨੇ ਜੋ ਕਿ ਈਜ਼ੀਲੀ ਐਸਕੇਪ ਕਰ ਜਾਂਦੀਆਂ ਨੇ ਤੁਹਾਡੇ ਰਿਐਕਸ਼ਨ ਮਿਕਸਚਰ ਦੇ ਵਿੱਚੋਂ, ਤੇ ਤੁਹਾਨੂੰ ਕੰਪਾਊਂਡ ਨੂੰ ਪਿਓਰੀਫਾਈ ਕਰਨ ਦੇ ਲਈ ਕੁਝ ਖਾਸ ਐਫਰਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਦੇਖੋ ਹੁਣ ਜੋ ਮੈਥਡ ਕਰ ਰਹੇ ਹਾਂ ਆਪਣਾ ਫੋਰਥ ਮੈਥਡ, ਉਹ ਆਪਾਂ ਆਲਰੇਡੀ ਕਰ ਚੁੱਕੇ ਹਾਂ, ਫਰੋਮ ਐਲਕੀਨ ਐਂਡ ਐਲਕਾਈਨ। ਜਾਂ ਤਾਂ ਤੁਸੀਂ ਐਲਕੀਨ ਤੋਂ ਜਨਰੇਟ ਕਰ ਸਕਦੇ ਹੋ ਔਰ ਯੂਅਰ ਐਲਕਾਈਨ ਤੋਂ। ਤਾਂ ਕਿੱਦਾਂ ਜਨਰੇਟ ਕਰਦੇ ਹੋ ਇਹ ਮੈਂ ਤੁਹਾਨੂੰ ਆਲਰੇਡੀ ਤੁਹਾਡੇ ਐਲਕੀਨ ਚੈਪਟਰ ਤੇ ਐਲਕਾਈਨ ਚੈਪਟਰ ਦੇ ਵਿੱਚ ਦੱਸ ਚੁੱਕਿਆ ਹਾਂ, ਕਿ ਮੰਨ ਲਓ ਅਗਰ ਤੁਹਾਡੇ ਇੱਥੇ ਐਲਕੀਨ ਹੈ, ਅਗਰ ਤੁਸੀਂ ਐਲਕੀਨ ਦੀ ਰਿਐਕਸ਼ਨ HX ਮੋਲੀਕਿਊਲ ਨਾਲ ਕਰਦੇ ਹੋ ਤਾਂ ਕਿਹੜਾ ਰੂਲ ਫੋਲੋ ਹੁੰਦਾ ਉੱਥੇ, ਮਾਰਕੋਨਿਕ ਆਫ ਰੂਲ। ਤਾਂ ਤੁਸੀਂ ਅਕੋਰਡਿੰਗ ਟੂ ਮਾਰਕੋਨਿਕ ਆਫ ਰੂਲ ਕੀ ਹੁੰਦਾ ਹੈ ਕਿ ਕੋਈ ਵੀ ਜੋ ਵੀ ਤੁਹਾਡਾ ਰੀਏਜੈਂਟ ਹੈ ਉਸਦਾ ਪੋਜ਼ਿਟਿਵ ਪਾਰਟ ਡਬਲ ਬੌਂਡਡ ਕਾਰਬਨ ਤੇ, ਉਸ ਡਬਲ ਬੌਂਡਡ ਕਾਰਬਨ ਤੇ ਅਟੈਚ ਹੋਏਗਾ ਤੁਹਾਡੇ ਰੀਏਜੈਂਟ ਦਾ ਪੋਜ਼ਿਟਿਵ ਪਾਰਟ, ਜਿੱਥੇ ਤੁਹਾਡੇ ਜ਼ਿਆਦਾ ਨੰਬਰ ਆਫ ਹਾਈਡਰੋਜਨ ਐਟਮ ਅਟੈਚਡ ਨੇ। ਤਾਂ ਜਦੋਂ ਤੁਸੀਂ ਇੱਥੇ HX ਮੋਲੀਕਿਊਲ ਦੀ ਰਿਐਕਸ਼ਨ ਕਰੋਗੇ ਤਾਂ ਇੱਥੇ ਤੁਹਾਡਾ ਜੋ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ, ਤੁਹਾਡੇ ਕੋਲ ਮਾਰਕੋਨਿਕ ਆਫ ਪ੍ਰੋਡਕਟ ਦੀ ਫਾਰਮੇਸ਼ਨ ਹੋਏਗੀ। ਮਕੈਨਿਜ਼ਮ ਦੇਖੋ ਮੈਂ ਆਲਰੇਡੀ ਪਹਿਲਾਂ ਸਿਖਾ ਚੁੱਕਿਆ ਹਾਂ ਤੇ ਆਪਾਂ ਦੁਬਾਰਾ ਮਕੈਨਿਜ਼ਮ ਇੱਥੇ ਪ੍ਰੋਸੀਡ ਨਹੀਂ ਕਰਾਂ। ਠੀਕ ਹੈ, ਸੇਮ ਰਿਐਕਸ਼ਨ ਗੋ ਕਰਦੀ ਹੈ ਕਿ ਅਗਰ ਤੁਸੀਂ ਇੱਥੇ ਐਲਕਾਈਨ ਲੈਂਦੇ ਹੋ ਤਾਂ ਐਲਕਾਈਨ ਦੀ ਰਿਐਕਸ਼ਨ ਅਗਰ ਫਿਰ ਤੋਂ ਤੁਸੀਂ HX ਮੋਲੀਕਿਊਲ ਦੇ ਨਾਲ ਕਰਦੇ ਹੋ ਤਾਂ ਇੱਥੇ ਅਗੇਨ ਤੁਹਾਡਾ ਪ੍ਰੋਡਕਟ ਕੀ ਬਣੇਗਾ, ਜੋ ਤੁਹਾਡਾ Cl ਜਾਂ ਜੋ ਵੀ ਤੁਹਾਡਾ ਹੈਲੋਜਨ ਹੈ ਉਹ ਤੁਹਾਡਾ ਮਾਰਕੋਨਿਕ ਆਫ ਐਡੀਸ਼ਨ ਦੇ ਨਾਲ ਐਡ ਹੋਏਗਾ। ਅਗਰ ਅਗਰ ਦੇਖੋ ਹੁਣ ਤੁਸੀਂ ਦੇਖੋ ਟ੍ਰਿਪਲ ਬੌਂਡ ਸੀ ਉਹ ਤੁਹਾਡਾ ਡਬਲ ਬੌਂਡ ਚ ਰਿਡਿਊਸ ਹੋਇਆ ਹੈ। ਅਗਰ ਇਸ ਦੀ ਰਿਐਕਸ਼ਨ ਫਿਰ ਤੋਂ ਤੁਸੀਂ ਹੈਲੋਜਨ HX ਦੇ ਨਾਲ ਕਰਦੇ ਹੋ ਤਾਂ ਇੱਥੇ ਤੁਹਾਡਾ ਕਿਸ ਕੰਪਾਊਂਡ ਦੀ ਫਾਰਮੇਸ਼ਨ ਹੋਏਗੀ, ਡਾਈ ਹੈਲੋ ਕੰਪਾਊਂਡ ਦੀ ਫਾਰਮੇਸ਼ਨ ਹੋਏਗੀ। 2 ਆਏਗਾ, ਇੱਥੇ ਆਏਗਾ 3। ਸੋ ਦਿਸ ਇਜ਼ ਦਾ ਰਿਐਕਸ਼ਨ ਤੇ ਇਸ ਦਾ ਮਕੈਨਿਜ਼ਮ ਆਪਾਂ ਆਲਰੇਡੀ ਐਲਕੀਨ ਤੇ ਐਲਕਾਈਨ ਦੇ ਵਿੱਚ ਕਰ ਚੁੱਕੇ। ਤਾਂ ਇੱਥੇ ਮਕੈਨਿਜ਼ਮ ਕੀ ਹੋਏਗਾ ਤੁਹਾਡਾ, ਇਲੈਕਟ੍ਰੋਫਿਲਿਕ ਐਡੀਸ਼ਨ ਰਿਐਕਸ਼ਨ। ਪੇਪਰ 'ਚ ਦੇਖੋ ਏਦਾਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਆਲਵੇਜ਼ ਤੁਹਾਡੇ ਤੋਂ ਮਤਲਬ ਰਿਐਕਸ਼ਨ ਹੀ ਲਿਖਵਾ ਕੇ ਦੇਖੀ ਜਾਵੇ। ਪੇਪਰ 'ਚ ਏਦਾਂ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ। ਦੇਖੋ 5th ਪੁਆਇੰਟ ਉਦਾਂ ਹੀ ਐਲਕੀਨ ਤੋਂ ਆਏਗਾ, ਬਟ ਹੁਣ ਇੱਥੇ ਕੀ ਹੋਏਗਾ, ਆਪਾਂ ਐਂਟੀ ਮਾਰਕੋਨਿਕ ਆਫ ਰੂਲ ਨੂੰ ਫੋਲੋ ਕਰਾਂਗੇ ਤੇ ਉਹਦੇ ਲਈ ਆਪਾਂ ਕਿਹਦੇ ਵਿੱਚ ਰਿਐਕਸ਼ਨ ਕਰਵਾਉਂਦੇ ਹਾਂ, ਤੁਹਾਡਾ ਇੱਥੇ ਪਰ ਆਕਸਾਈਡ ਦੇ ਇਸ ਰੋਲ ਦੇ ਵਿੱਚ ਕਰਵਾਉਂਦੇ ਹਾਂ। ਕਿ ਅਗਰ ਤੁਸੀਂ HX ਦੀ ਰਿਐਕਸ਼ਨ ਪਰ ਆਕਸਾਈਡ ਦੇ ਪ੍ਰੈਜ਼ੈਂਸ ਦੇ ਵਿੱਚ ਕਰਵਾਓਗੇ ਤਾਂ ਇੱਥੇ ਜੋ ਤੁਹਾਡਾ ਪ੍ਰੋਡਕਟ ਬਣਦਾ ਹੈ ਕਿਹੜੇ ਰੂਲ ਦੇ ਅਕੋਰਡਿੰਗ ਬਣਦਾ ਹੈ, ਤੁਹਾਡਾ ਐਂਟੀ ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਬਣਾਓਗੇ, ਜੋ ਕਿ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਤੁਹਾਡੇ ਅਸਾਈਨਮੈਂਟ ਦੇ ਵਿੱਚ ਵੀ ਤੇ ਅੱਜ ਦੇ ਡਾਊਟ ਸੈਸ਼ਨ ਦੇ ਵਿੱਚ ਵੀ ਇਸ ਨੂੰ ਡਿਸਕਸ ਕੀਤਾ ਹੈ। ਤੇ ਇਹਦੇ ਵਿੱਚ ਪਰ ਆਕਸਾਈਡ ਦੇ ਪ੍ਰੈਜ਼ੈਂਸ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਟੈਕਨੀਕ ਹੈਲਪਰ, ਯਾਦ ਹੋਏਗਾ ਤਾਂ ਹੈਲ ਮਤਲਬ ਜਦੋਂ ਵੀ ਤੁਹਾਨੂੰ ਇਹਨਾਂ ਪੰਜਾਂ ਵਿੱਚੋਂ ਕੋਈ ਵਰਡ ਦਿਖ ਜਾਂਦਾ ਹੈ ਤਾਂ ਉੱਥੇ ਜੋ ਤੁਹਾਡਾ ਮਕੈਨਿਜ਼ਮ ਹੁੰਦਾ ਹੈ, ਕਿਹੜਾ ਮਕੈਨਿਜ਼ਮ ਹੁੰਦਾ ਹੈ, ਜਨਰਲੀ ਫ੍ਰੀ ਰੈਡੀਕਲ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ P ਮਤਲਬ ਪਰ ਆਕਸਾਈਡ ਹੈ, ਤਾਂ ਇਹ ਇੱਥੇ ਵਿੱਚ ਮਤਲਬ ਜੋ ਰਿਐਕਸ਼ਨ ਹੈ ਉਹ ਕਿਹੜੇ ਮਕੈਨਿਜ਼ਮ ਦੇ ਨਾਲ ਪ੍ਰੋਸੀਡ ਹੋਏਗੀ, ਤੁਹਾਡੀ ਫ੍ਰੀ ਰੈਡੀਕਲ ਮਕੈਨਿਜ਼ਮ ਦੇ ਨਾਲ ਰਿਐਕਸ਼ਨ ਕੀ ਹੁੰਦੀ ਹੈ ਤੁਹਾਡੀ ਜਾਂਦੀ ਹੈ। ਤਾਂ ਇੱਥੇ ਜੋ ਤੁਹਾਡਾ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ, ਐਂਟੀ ਮਾਰਕੋਨਿਕ ਆਫ ਐਡੀਸ਼ਨ ਦੇ ਅਕੋਰਡਿੰਗ ਬਣੇਗਾ। ਦੈਟ ਮੀਨਸ ਜੋ ਤੁਹਾਡੇ ਰੀਜਨ ਦਾ ਪੋਜ਼ਿਟਿਵ ਪਾਰਟ ਹੈ ਉਹ ਉੱਥੇ ਅਟੈਕ ਕਰੇਗਾ ਡਬਲ ਬੌਂਡ ਕਾਰਬਨ ਤੇ ਜਿੱਥੇ ਤੁਹਾਡੇ ਲੈਸ ਨੰਬਰ ਆਫ ਹਾਈਡਰੋਜਨ ਐਟਮ ਪ੍ਰੈਜ਼ੈਂਟ ਹੋਣਗੇ।
ਤਾਂ ਇਸ ਦੇ ਕੋਰਸਪੋਂਡਿੰਗ ਕੀ ਹੋਏਗਾ ਕਿ ਜੋ ਤੁਹਾਡਾ ਨੈਗੇਟਿਵ ਪਾਰਟ ਹੈ ਉਹ ਕਿੱਥੇ ਅਟੈਕ ਕਰੇਗਾ, ਜਿੱਥੇ ਤੁਹਾਡੇ ਮੋਰ ਨੰਬਰ ਆਫ ਹਾਈਡਰੋਜਨ ਪਾਰਟ ਪ੍ਰੈਜ਼ੈਂਟ ਹੋਣਗੇ। ਤਾਂ ਤੁਹਾਡੇ ਕੋਲ ਇੱਥੇ ਜੋ ਤੁਹਾਡਾ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ, ਤੁਹਾਡੇ ਕੋਲ ਇੱਥੇ ਐਂਟੀ ਮਾਰਕੋਨਿਕ ਆਫ ਪ੍ਰੋਡਕਟ ਦੀ ਫਾਰਮੇਸ਼ਨ ਹੋਏਗੀ। ਇੱਥੇ ਫ੍ਰੀ ਰੈਡੀਕਲ ਮੈਕੈਨਿਜ਼ਮ ਦੇ ਨਾਲ ਰਿਐਕਸ਼ਨ ਕੀ ਕਰਦੀ ਹੈ, ਪ੍ਰੋਗਰੈਸ ਕਰਦੀ ਹੈ। ਤਾਂ ਇੱਕ ਚੀਜ਼ ਨੋਟ ਕਰਦੇ ਹੋ ਕਿ ਜਦੋਂ ਤੁਹਾਡਾ ਮਾਰਕੋਨਿਕ ਆਫ ਐਡੀਸ਼ਨ ਹੁੰਦਾ ਹੈ ਤਾਂ ਤੁਹਾਡੇ ਕੋਲ ਇੱਥੇ ਕੀ ਬਣਦਾ ਹੈ, ਤੁਹਾਡਾ ਸੈਕੰਡਰੀ ਹੈਲੋਐਲਕੇਨ ਦੀ ਫਾਰਮੇਸ਼ਨ ਹੁੰਦੀ ਹੈ। ਬਟ ਜਦੋਂ ਤੁਹਾਨੂੰ ਪ੍ਰਾਇਮਰੀ ਹੈਲੋਐਲਕੇਨ ਚਾਹੀਦਾ ਹੈ ਹੈਨਾ, ਤਾਂ ਉਦੋਂ ਤੁਸੀਂ ਕੀ ਯੂਜ਼ ਕਰਦੇ ਹੋ, ਤੁਹਾਡਾ ਐਂਟੀ ਮਾਰਕੋਨਿਕ ਆਫ ਐਡੀਸ਼ਨ ਨੂੰ ਫੋਲੋ ਕਰ ਸਕਦੇ ਹੋ, ਕਿਉਂਕਿ ਜੋ ਤੁਹਾਡਾ ਐਂਟੀ ਮਾਰਕੋਨਿਕ ਆਫ ਐਡੀਸ਼ਨ ਹੈ ਉਹ ਤੁਹਾਡਾ ਪ੍ਰਾਇਮਰੀ ਹੈਲੋਐਲਕੇਨ ਨੂੰ ਜਨਰੇਟ ਕਰਦਾ ਹੈ, ਪਰ ਜੋ ਤੁਹਾਡਾ ਮਾਰਕੋਨਿਕ ਆਫ ਐਡੀਸ਼ਨ ਹੈ ਉਹ ਤੁਹਾਡਾ ਸੈਕੰਡਰੀ ਹੈਲੋਐਲਕੇਨ ਨੂੰ ਜਨਰੇਟ ਕਰਦਾ ਹੈ। ਦੂਸਰਾ ਇੰਪੋਰਟੈਂਟ ਪੁਆਇੰਟ, ਕਿਉਂਕਿ ਇਹ ਰਿਐਕਸ਼ਨ ਪਰਆਕਸਾਈਡ ਦੀ ਪ੍ਰੈਜ਼ੈਂਸ ਦੇ ਵਿੱਚ ਹੋ ਰਹੀ ਹੈ ਤਾਂ ਇਸ ਰਿਐਕਸ਼ਨ ਨੂੰ ਆਪਾਂ ਪਰਆਕਸਾਈਡ ਇਫੈਕਟ ਵੀ ਬੋਲਦੇ ਹਾਂ, ਤੇ ਇਸ ਨੂੰ ਆਪਾਂ ਇੱਕ ਹੋਰ ਨਾਮ ਦੇ ਨਾਲ ਜਾਣਦੇ ਹਾਂ, ਖਾਰਾਸ਼ ਇਫੈਕਟ। ਇਸ ਨੂੰ ਖਾਰਾਸ਼ ਇਫੈਕਟ ਦੇ ਨਾਲ ਦੇ ਵੀ ਜਾਣਦੇ। ਛਠਾ ਮੈਥਡ ਲਿਖੋ ਕਿ ਅਗਰ ਤੁਸੀਂ ਤਾਂ ਦੇਖੋ ਛਠੇ ਮੈਥਡ ਦੇ ਵਿੱਚ ਕੀ ਹੈ ਕਿ ਅਗਰ ਤੁਸੀਂ ਐਲਕੀਨ ਦੀ ਰਿਐਕਸ਼ਨ, ਠੀਕ ਹੈ, ਬ੍ਰੋਮੀਨ in the presence of your CCl4 use ਕਰਦੇ ਹੋ ਤਾਂ ਤੁਹਾਨੂੰ ਇੱਕ ਚੀਜ਼ ਮਤਲਬ ਇਹਦੇ ਵਿੱਚ ਕੀ ਹੁੰਦਾ ਹੈ, ਤੁਹਾਡਾ ਵਿਕ ਡਾਈਹੈਲਾਈਡ ਬਣਦਾ ਹੈ। ਕਿ ਸਭ ਤੋਂ ਪਹਿਲਾਂ ਕੀ ਹੋਏਗਾ, ਦੇਖੋ ਵੈਸੇ ਤੁਹਾਨੂੰ ਪਤਾ ਹੈ ਬ੍ਰੋਮੀਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਨਹੀਂ ਹੈ, ਤੇ ਇਹ ਕੀ ਹੁੰਦਾ, ਤੁਹਾਡਾ ਨੋਨ ਪੋਲਰ ਹੈ। ਬਟ ਆਪਾਂ ਫੋਰ ਐਨ ਇੰਸਟੈਂਟ ਇਹ ਚੀਜ਼ ਕੰਸੀਡਰ ਕਰ ਸਕਦੇ ਹਾਂ ਕਿ ਜਦੋਂ ਹੀ ਤੁਹਾਡਾ ਇੱਕ ਬ੍ਰੋਮੀਨ ਐਟਮ ਤੁਹਾਡੇ ਐਲਕੀਨ ਦੇ ਕੰਟੈਕਟ ਦੇ ਵਿੱਚ ਆਏਗਾ ਤਾਂ ਐਲਕੀਨ ਕੀ ਹੁੰਦੀ ਹੈ, ਤੁਹਾਡੀ ਇਲੈਕਟ੍ਰੋਨ ਰਿਚ ਹੁੰਦੀ ਹੈ, ਤਾਂ ਉਹ ਕੀ ਕਰੇਗਾ, ਇਸ ਬ੍ਰੋਮੀਨ ਤੇ ਡੈਲਟਾ ਪੋਜ਼ਿਟਿਵ ਕ੍ਰੀਏਟ ਕਰ ਦੇਗਾ ਤੇ ਸੈਕਿੰਡ ਬ੍ਰੋਮੀਨ ਤੇ ਤੁਹਾਡਾ ਡੈਲਟਾ ਨੈਗੇਟਿਵ ਜਨਰੇਟ ਕਰ ਦੇਗਾ, ਸੋ ਦੈਟ ਜੋ ਤੁਹਾਡੀ ਐਲਕੀਨ ਹੈ ਉਹ ਇਸ ਬ੍ਰੋਮੀਨ ਦੇ ਨਾਲ ਕੀ ਕਰ ਸਕੇ, ਇੰਟਰੈਕਟ ਕਰ ਸਕੇ। ਤਾਂ ਜੋ ਇੱਥੇ ਪਹਿਲਾ ਸਟੈਪ ਤੁਹਾਡਾ ਫਾਰਮ ਹੁੰਦਾ ਹੈ ਉਹ ਕੀ ਹੁੰਦਾ ਹੈ, ਤੁਹਾਡਾ ਇੱਥੇ ਸਾਈਕਲਿਕ ਬ੍ਰੋਮੋਨੀਅਮ ਆਇਨ ਦੀ ਫਾਰਮੇਸ਼ਨ ਹੁੰਦੀ ਹੈ। ਇੱਥੇ ਕੀ ਬਣਦਾ ਹੈ, ਤੁਹਾਡਾ ਇੱਕ ਸਾਈਕਲਿਕ ਬ੍ਰੋਮੋਨੀਅਮ ਆਇਨ ਦੀ ਫਾਰਮੇਸ਼ਨ ਹੁੰਦੀ ਹੈ, ਜਿਸ ਨੂੰ ਆਪਾਂ ਹੈਲੋਨੀਅਮ ਆਇਨ ਵੀ ਬੋਲ ਦਿੰਦੇ ਹਾਂ। ਨੈਕਸਟ ਸਟੈਪ ਦੇ ਵਿੱਚ ਦੇਖੋ ਕੀ ਹੁੰਦਾ ਹੈ ਕਿ ਜੋ ਤੁਹਾਡਾ ਇੱਥੇ ਸੈਕਿੰਡ ਬ੍ਰੋਮਾਈਡ ਆਇਨ ਨਿਕਲਿਆ ਹੈ ਉਹ ਕੀ ਕਰੇਗਾ, ਹੁਣ ਅਟੈਕ ਕਰੇਗਾ। ਹੁਣ ਇੱਕ ਪੁਆਇੰਟ ਧਿਆਨ ਚ ਰੱਖਣਾ ਕਿ ਜੋ ਵੀ ਇੱਥੇ ਰਿੰਗ ਬਣੀ ਹੈ ਤਾਂ ਰਿੰਗ ਦੇਖੋ ਇੱਕ ਪਲੇਨ ਚ ਹੋ ਸਕਦੀ ਹੈ। ਫੋਰ ਦਾ ਟਾਈਮ ਮੈਂ ਕੰਸੀਡਰ ਕਰ ਰਿਹਾ ਹਾਂ ਕਿ ਜੋ ਇੱਥੇ ਰਿੰਗ ਫਾਰਮੇਸ਼ਨ ਹੋਈ ਹੈ, ਸਾਈਕਲਿਕ ਸਟਰਕਚਰ ਬਣਿਆ ਹੈ, ਉਹ ਅਬਵ ਦਾ ਪਲੇਨ ਬਣਿਆ ਹੈ। ਤਾਂ ਜੋ ਤੁਹਾਡਾ ਬੀਆਰ ਰੈਡੀਕਲ ਹੈ ਉਹ ਹੁਣ ਕਿੱਥੋਂ ਅਟੈਕ ਕਰੇਗਾ, above the plane ਅਟੈਕ ਨਹੀਂ ਕਰ ਸਕਦਾ ਕਿਉਂਕਿ ਉੱਥੇ ਆਲਰੇਡੀ ਰਿੰਗ ਪ੍ਰੈਜ਼ੈਂਟ ਹੈ, ਸਟੈਰਿਕ ਕਰਾਊਡ ਪ੍ਰੈਜ਼ੈਂਟ ਹੈ। ਤਾਂ ਜੋ ਤੁਹਾਡਾ ਹੁਣ ਬੀਆਰ ਰੈਡੀਕਲ ਹੈ ਉਹ ਤੁਹਾਡਾ ਬਿਲੋ ਦਾ ਪਲੇਨ ਅਟੈਕ ਕਰੇਗਾ, ਤੇ ਜੋ ਤੁਹਾਡਾ ਆਹ ਬੌਂਡ ਹੈ ਉਹ ਇਸ ਤਰ੍ਹਾਂ ਕਲੀਵ ਕਰੇਗਾ। ਸੋ ਦੈਟ ਮੀਨਸ ਕਿ ਇੱਥੇ ਜੋ ਐਡੀਸ਼ਨ ਹੁੰਦੀ ਹੈ ਤੁਹਾਡੇ ਦੋਨੋਂ ਬ੍ਰੋਮੀਨਸ ਦੀ, ਉਹ ਦੋਨੋਂ ਬ੍ਰੋਮੀਨ ਆਪਸ ਦੇ ਵਿੱਚ ਐਂਟੀ ਪੋਜੀਸ਼ਨ ਦੇ ਵਿੱਚ ਐਡ ਹੁੰਦੇ ਨੇ, ਦੋਨੋਂ ਟਰਾਂਸ ਪੋਜੀਸ਼ਨ ਦੇ ਵਿੱਚ ਐਡ ਹੁੰਦੇ ਨੇ। ਇਹਨੂੰ ਆਪਾਂ ਬੋਲਦੇ ਹਾਂ ਇੱਥੇ ਐਂਟੀ ਐਡੀਸ਼ਨ, ਕਿਉਂਕਿ ਇੱਥੇ ਜਿਹੜੇ ਦੋਨੋਂ ਤੁਹਾਡੇ ਹੈਲੋਜਨਸ ਨੇ, ਇੱਥੇ ਜਿਹੜੇ ਤੁਹਾਡੇ ਦੋਨੋਂ ਹੈਲੋਜਨਸ ਨੇ, ਇੱਥੇ ਦੋਨੋਂ ਹੈਲੋਜਨਸ ਤੁਹਾਡੇ ਦੋ ਐਡਜਸਟੈਂਟ ਕਾਰਬਨ ਤੇ ਪਏ ਨੇ, ਤਾਂ ਆਪਾਂ ਇਹਨਾਂ ਨੂੰ ਕੀ ਬੋਲਦੇ ਹਾਂ, ਵਿਕ ਡਾਈ ਹੈਲਾਈਡ। ਇਸ ਰਿਐਕਸ਼ਨ ਨੂੰ ਕਰਵਾਉਣ ਦਾ ਇੱਕ ਪਰਪਸ ਹੋਰ ਵੀ ਸੀ ਕਿ ਜੋ ਤੁਹਾਡਾ ਬ੍ਰੋਮੀਨ ਦਾ ਕਲਰ ਹੁੰਦਾ ਹੈ, ਇਹ ਬ੍ਰੋਮੀਨ ਥੋੜੀ ਜਿਹੀ ਬਰਾਊਨ ਕਲਰ ਦੀ ਗੈਸ ਹੁੰਦੀ ਹੈ, ਬਰਾਊਨਿਸ਼ ਕਲਰ ਦੀ ਹੁੰਦੀ ਹੈ, ਠੀਕ ਹੈ। ਬਟ ਜਦੋਂ ਹੀ ਤੁਸੀਂ ਇਸ ਦੀ ਰਿਐਕਸ਼ਨ ਐਲਕੀਨ ਦੇ ਨਾਲ ਕਰਵਾਉਂਦੇ ਹੋ ਜਾਂ ਕੋਈ ਅਨਸੈਚੁਰੇਸ਼ਨ ਕੰਪਾਊਂਡ ਦੇ ਨਾਲ ਕਰਵਾਉਂਦੇ ਹੋ ਤਾਂ ਉੱਥੇ ਤੁਹਾਡਾ ਬ੍ਰੋਮੀਨ ਦੇ ਵਿਚਲਾ ਬੌਂਡ ਕਲੀਵ ਹੋ ਜਾਂਦਾ ਹੈ, ਤਾਂ ਉੱਥੇ ਜੋ ਤੁਹਾਡੀ ਬਰਾਊਨ ਗੈਸ ਹੈ ਉਹ ਤੁਹਾਡੀ ਕਲਰਲੈਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਤਾਂ ਅਗਰ ਤੁਹਾਡੀ ਬਰਾਊਨ ਬ੍ਰੋਮੀਨ ਗੈਸ ਦਾ ਕਲਰ ਡੀ ਕਲਰ ਹੋ ਜਾਂਦਾ ਹੈ ਤਾਂ ਇਹਦਾ ਮਤਲਬ ਇਹ ਕੀ ਸ਼ੋ ਕਰਦਾ ਹੈ, ਐਜ਼ ਅ ਟੈਸਟ ਆਫ ਅਨਸੈਚੁਰੇਸ਼ਨ ਨੂੰ ਸ਼ੋ ਕਰਦਾ ਹੈ। ਜਿਸ ਤਰ੍ਹਾਂ ਆਪਾਂ ਅੱਜ ਟੈਸਟ ਆਫ ਅਨਸੈਚੁਰੇਸ਼ਨ ਲਈ ਬੇਹਰਸ ਰੀਜਨ ਨੂੰ ਪੜ੍ਹਿਆ ਸੀ ਕਿ ਬੇਹਰ ਰੀਜਨ ਦੇ ਵਿੱਚ ਅਗਰ ਤੁਹਾਡਾ ਪਰਪਲ ਕਲਰ ਤੁਹਾਡਾ ਬਰਾਊਨ ਦੇ ਵਿੱਚ ਜਾਂ ਫੇਡ ਜਾਂ ਤੁਹਾਡਾ ਬਿਲਕੁਲ ਫੋਗ ਜਾਂ ਕਲਰ ਸ਼ੋ ਹੋ ਜਾਂਦਾ ਹੈ ਤਾਂ ਉਹ ਆਪਾਂ ਨੂੰ ਕੀ ਡਿਟੈਕਟ ਕਰਦਾ ਹੈ ਕਿ ਤੁਹਾਡੇ ਗਿਵਨ ਕੰਪਾਊਂਡ ਦੇ ਵਿੱਚ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਪ੍ਰੈਜ਼ੈਂਟ ਹੈ। ਦੈਟ ਮੀਨਸ ਉਹਨੂੰ ਆਪਾਂ ਐਜ਼ ਅ ਟੈਸਟ ਆਫ ਅਨਸੈਚੁਰੇਸ਼ਨ ਯੂਜ਼ ਕਰਦੇ ਹਾਂ। ਤਾਂ ਸਿਮਿਲਰਲੀ ਇੱਥੇ ਜੋ ਤੁਹਾਡਾ ਬ੍ਰੋਮੀਨ ਇਨ ਦਾ ਪ੍ਰੈਜ਼ੈਂਸ ਆਫ ਕਾਰਬਨ ਟੈਟਰਾਕਲੋਰਾਈਡ, ਉਸ ਨੂੰ ਵੀ ਤੁਸੀਂ ਐਜ਼ ਅ ਟੈਸਟ ਫॉर ਅਨਸੈਚੁਰੇਸ਼ਨ ਯੂਜ਼ ਕਰ ਸਕਦੇ ਹੋ। ਸੈਵਨਥ ਮੈਥਡ ਲਿਖੋ ਤੁਸੀਂ, ਐਲਾਈਲਿਕ ਹੈਲੋਜੀਨੇਸ਼ਨ। ਐਲਾਈਲਿਕ ਹੈਲੋਜੀਨੇਸ਼ਨ। ਹੁਣ ਦੇਖੋ ਐਲਾਈਲਿਕ ਹੈਲੋਜੀਨੇਸ਼ਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਐਲਾਈਲਿਕ ਦਾ ਮਤਲਬ ਕੀ ਹੈ। ਵੈਸੇ ਤੁਹਾਨੂੰ ਮੈਂ ਦੱਸਿਆ ਹੋਏਗਾ
ਕਿ ਜੋ ਤੁਹਾਡਾ ਆਹ ਵਾਲਾ ਪੋਜੀਸ਼ਨ ਹੈ, ਇਸ ਪੂਰੇ ਕੰਪਾਊਂਡ ਨੂੰ ਆਪਾਂ ਬੋਲਦੇ ਹਾਂ ਅਲਾਈਲ, ਆਹ ਵਾਲੇ ਪਾਰਟ ਨੂੰ ਆਪਾਂ ਬੋਲਦੇ ਹਾਂ ਅਲਾਈਲ। ਇਸ ਅਲਾਈਲ ਦਾ ਜਦੋਂ ਇੱਕ ਹਾਈਡਰੋਜਨ ਨੂੰ ਆਪਾਂ ਰਿਪਲੇਸ ਕਰਦੇ ਹਾਂ ਕਿਸੇ ਇੱਕ ਅਦਰ ਗਰੁੱਪ ਦੇ ਨਾਲ, ਤਾਂ ਉਸ ਨੂੰ ਆਪਾਂ ਬੋਲਦੇ ਹਾਂ ਅਲਾਈਲਿਕ ਕੰਪਾਊਂਡ ਬਣ ਜਾਂਦਾ ਹੈ। ਠੀਕ ਹੈ, ਤਾਂ ਆਪਾਂ ਇੱਥੇ ਇੱਕ H ਨੂੰ ਰਿਪਲੇਸ ਕਰਨਾ ਹੈ ਹੈਲੋਜਨ ਦੇ ਨਾਲ, ਜਿਸ ਨੂੰ ਆਪਾਂ ਬੋਲਾਂਗੇ ਤੁਹਾਡਾ ਅਲਾਈਲਿਕ ਹੈਲੋਜੀਨੇਸ਼ਨ ਹੋ ਗਈ ਹੈ। ਦੇਖੋ ਰਿਐਕਸ਼ਨ ਦੇ ਲਈ ਕੀ ਕਰਾਂਗੇ, ਆਪਾਂ ਇਸ ਨੂੰ ਆਪਾਂ Cl2 in the presence of heat 773 ਕੈਲਵਿਨ ਤੇ ਆਪਾਂ ਰਿਐਕਸ਼ਨ ਕਰਵਾਵਾਂਗੇ। ਤਾਂ ਤੁਸੀਂ ਦੇਖ ਰਹੇ ਹੋ ਟੈਂਪਰੇਚਰ ਦੀ ਆਪਾਂ ਕੀ ਯੂਜ਼ ਕਰ ਰਹੇ ਹਾਂ ਇੱਥੇ, ਹੀਟ, ਹਾਈ ਟੈਂਪਰੇਚਰ ਯੂਜ਼ ਕਰ ਰਹੇ ਹਾਂ। ਤਾਂ ਜਦੋਂ ਵੀ ਟੈਂਪਰੇਚਰ ਹਾਈ ਹੁੰਦਾ ਹੈ ਹਨਾ, ਹੀਟ ਯੂਜ਼ ਕਰਦੇ ਹੋ, ਤਾਂ ਮਕੈਨਿਜ਼ਮ ਕਿਹੜਾ ਯੂਜ਼ ਹੋਏਗਾ ਉੱਥੇ, ਫ੍ਰੀ ਰੈਡੀਕਲ ਮਕੈਨਿਜ਼ਮ ਤੁਸੀਂ ਯੂਜ਼ ਕਰੋਗੇ। ਸੋ ਦੈਟ ਮੀਨਸ ਜੋ ਇੱਥੇ ਪ੍ਰੋਡਕਟ ਬਣਦਾ ਹੈ ਕਿ ਜੋ ਤੁਹਾਡਾ ਇੱਕ ਹਾਈਡਰੋਜਨ ਇੱਥੇ ਰਿਪਲੇਸ ਹੁੰਦਾ ਹੈ ਤੁਹਾਡੇ Cl ਦੇ ਨਾਲ, ਤੇ ਜੋ ਤੁਹਾਡਾ ਫਾਈਨਲ ਪ੍ਰੋਡਕਟ ਇੱਥੇ ਬਣਦਾ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਅਲਾਈਲ ਕਲੋਰਾਈਡ, ਤਾਂ ਜੋ ਇਹ ਪ੍ਰੋਸੈਸ ਹੈ ਉਹ ਫ੍ਰੀ ਰੈਡੀਕਲ ਮਕੈਨਿਜ਼ਮ ਦੇ ਨਾਲ ਪ੍ਰੋਸੀਡ ਹੁੰਦਾ ਹੈ। ਤਾਂ ਦੇਖੋ ਹੁਣ ਮਕੈਨਿਜ਼ਮ ਕਿੱਦਾਂ ਪ੍ਰੋਸੀਡ ਹੋਏਗਾ ਦੱਸਦੇ ਹਾਂ। ਦੇਖੋ ਤੁਹਾਡਾ ਜੋ Cl2 ਮੋਲੀਕਿਊਲ ਹੈ, ਸਭ ਤੋਂ ਪਹਿਲਾਂ ਜਦੋਂ ਉਸ ਨੂੰ ਹੀਟ ਕਰੋਗੇ ਤਾਂ ਉਹ ਤੁਹਾਡੇ Cl ਰੈਡੀਕਲ ਨੂੰ ਕੀ ਕਰੇਗਾ, ਜਨਰੇਟ ਕਰੇਗਾ। ਆਫਟਰ ਦੈਟ ਕੀ ਹੋਏਗਾ ਕਿ ਜੋ ਤੁਹਾਡਾ ਇੱਥੇ ਆਪਾਂ ਅਲਾਈਲ ਕੰਪਾਊਂਡ ਲਿੱਤਾ ਹੈ, ਅਲਾਈਲ ਕੰਪਾਊਂਡ ਨੂੰ ਜਦੋਂ ਆਪਾਂ ਹੀਟ ਕਰਾਂਗੇ, ਕਿਉਂਕਿ ਇੱਥੇ ਤੁਹਾਡੇ ਰੈਡੀਕਲ ਜਨਰੇਟ ਹੋ ਚੁੱਕੇ ਨੇ, ਤਾਂ ਇਹਦੇ ਵਿੱਚ ਕੀ ਹੋਏਗਾ, ਜੋ ਇੱਕ Cl ਰੈਡੀਕਲ ਹੈ ਉਹ ਤੁਹਾਡੇ ਕਾਰਬਨ ਤੇ ਇਸ ਹਾਈਡਰੋਜਨ ਬੌਂਡ ਨੂੰ ਹੋਮੋਲਿਟਿਕਲੀ ਕਲੀਵ ਕਰੇਗਾ, ਤੇ ਜੋ ਤੁਹਾਡਾ ਇੱਥੇ ਹਾਈਡਰੋਜਨ ਰੈਡੀਕਲ ਜਨਰੇਟ ਹੋਇਆ ਹੈ ਉਹ ਤੁਹਾਡੇ Cl ਰੈਡੀਕਲ ਦੇ ਨਾਲ ਕੰਬਾਈਨ ਹੋ ਕੇ ਤੁਹਾਡਾ HCl ਜਨਰੇਟ ਕਰੇਗਾ, ਪਲੱਸ ਤੇ ਤੁਹਾਡਾ ਕੀ ਰੈਡੀਕਲ ਜਨਰੇਟ ਹੋਏਗਾ ਇੱਥੇ, CH2 ਰੈਡੀਕਲ, CH ਡਬਲ ਬੌਂਡ CH2। ਹੁਣ ਦੇਖੋ ਇਹਦੇ ਵਿੱਚ ਆਹ ਰੈਡੀਕਲ ਜਨਰੇਟ ਹੋਣ ਦਾ ਕਾਰਨ ਕੀ ਹੈ, ਕਿ ਇੱਥੇ ਤੁਹਾਡਾ ਆਹ ਜਨਰੇਟ ਕਿਉਂ ਹੋ ਰਿਹਾ ਹੈ, ਰੀਜ਼ਨ ਕੀ ਹੈ, ਕਿਉਂਕਿ ਇਹ ਕੀ ਹੈ ਤੁਹਾਡਾ ਸਟੇਬਲ ਹੈ ਵਿਦ ਰੈਜ਼ੋਨੈਂਸ, ਰੈਜ਼ੋਨੈਂਸ ਕਰਕੇ ਕੀ ਇਹ ਸਟੇਬਲ ਹੈ। ਇਹ ਇਸ ਤਰ੍ਹਾਂ ਨਾਲ ਕੀ ਹੋ ਸਕਦਾ ਹੈ, ਰੈਜ਼ੋਨੈਂਸ ਨਾਲ ਕੀ ਹੋ ਸਕਦਾ ਹੈ ਤੁਹਾਡਾ ਸਟੇਬਲ ਹੋ ਸਕਦਾ ਹੈ, ਜਿਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਅਲਾਈਲ ਰੈਡੀਕਲ। ਜਨਰਲ ਆਰਗੈਨਿਕ ਕੈਮਿਸਟਰੀ ਦੇ ਵਿੱਚ ਇਹ ਮੈਂ ਪੁਆਇੰਟ ਕਰਵਾਇਆ ਵੀ ਸੀ। ਤਾਂ ਦੇਖੋ ਹੁਣ ਜੋ ਤੁਹਾਡਾ ਇੱਥੇ CH2 ਰੈਡੀਕਲ ਹੈ ਉਹ ਤੁਹਾਡੇ Cl ਰੈਡੀਕਲ ਦੇ ਨਾਲ ਕੰਬਾਈਨ ਕਰਕੇ ਤੁਹਾਡਾ ਕੀ ਹੈ, ਅਲਾਈਲ ਕਲੋਰਾਈਡ ਦੀ ਫਾਰਮੇਸ਼ਨ ਕਰਦਾ ਹੈ। ਤਾਂ ਇਸ ਤਰ੍ਹਾਂ ਇਹ ਜੋ ਰਿਐਕਸ਼ਨ ਹੈ ਉਹ ਪ੍ਰੋਸੀਡ ਹੁੰਦੀ ਹੈ। नेक्स्ट मेथड लिखो, शायद नंबर 8 है, चलो कोई गल नहीं। बाय हैलोजन एक्सचेंज, हैलोजन एक्सचेंज का मतलब की है कि मान लो ਤੁਹਾਡੇ ਕੋਲ ਇੱਕ ਹੈਲੋਜਨ ਕੰਪਾਊਂਡ ਆਲਰੇਡੀ ਹੈ, ਬਟ ਉਸ ਹੈਲੋਜਨ ਦੀ ਜਗ੍ਹਾ ਅਗਰ ਤੁਸੀਂ ਇੱਕ ਹੋਰ ਹੈਲੋਜਨ ਮਤਲਬ ਇੰਟਰੋਡਿਊਸ ਕਰਨਾ ਚਾਹੁੰਦੇ ਹੋ, ਉਸਨੂੰ ਰਿਪਲੇਸ ਕਰਨਾ ਚਾਹੁੰਦੇ ਹੋ, ਤਾਂ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਹੈਲੋਜਨ ਐਕਸਚੇਂਜ। ਤਾਂ ਇਸ ਰਿਐਕਸ਼ਨ ਨੂੰ ਆਪਾਂ ਇੱਕ ਨੇਮਿੰਗ ਰਿਐਕਸ਼ਨ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਫਿੰਕਲਸਟੀਨ ਰਿਐਕਸ਼ਨ, ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਫਿੰਕਲਸਟੀਨ ਰਿਐਕਸ਼ਨ। ਦੇਖੋ ਧਿਆਨ ਨਾਲ ਸਮਝਣਾ, ਮੈਂ ਥੋੜਾ ਜਿਹਾ ਰੀਜ਼ਨ ਵੀ ਇੱਥੇ ਐਕਸਪਲੇਨ ਕਰਾਂਗਾ ਕਿ ਕਿਉਂ ਉੱਥੇ ਹੈਲੋਜਨ ਤੁਹਾਡਾ ਰਿਮੂਵ ਹੋ ਰਿਹਾ ਹੈ ਜਾਂ ਐਕਸਚੇਂਜ ਹੋ ਰਹੇ ਨੇ ਆਪਸ ਦੇ ਵਿੱਚ। ਪਹਿਲਾਂ ਰਿਐਕਸ਼ਨ ਲਿਖ ਲਓ ਕਿ ਰਿਐਕਸ਼ਨ ਚ ਹੈ ਕੀ। ਦੇਖੋ ਇਹਦੇ ਵਿੱਚ ਰਿਐਕਸ਼ਨ ਚ ਕੀ ਹੁੰਦਾ ਹੈ, ਪਾਰਟਿਕੂਲਰਲੀ ਮੰਨ ਲਓ ਤੁਹਾਡਾ ਦੇਖੋ R ਦੇ ਨਾਲ Cl ਬੌਂਡ ਹੈ, ਅਗਰ ਤੁਸੀਂ ਇਸ ਦੀ ਰਿਐਕਸ਼ਨ NaI ਐਸੀਟੋਨ ਦੇ ਨਾਲ ਕਰਦੇ ਹੋ, NaI ਐਸੀਟੋਨ ਦੇ ਨਾਲ ਕਰਦੇ ਹੋ, ਤਾਂ ਜੋ ਤੁਹਾਡਾ ਤੇ ਕਲੋਰੀਨ ਵਾਲਾ ਬੌਂਡ ਹੈ ਹੈਲੋਜਨ ਅਲਕਾਈਲ ਦੇ ਨਾਲ, that will be replaced by your I ਦੇ ਨਾਲ, ਤੇ ਇੱਥੇ ਤੁਹਾਡਾ ਜਨਰੇਟ ਕੀ ਹੋ ਜਾਏਗਾ, NaCl ਬਣ ਜਾਏਗਾ। ਹੁਣ ਦੇਖੋ ਇਸੇ ਤਰ੍ਹਾਂ ਅਗਰ ਤੁਹਾਡਾ ਇੱਥੇ RBr ਹੈ, ਅਗਰ ਉਸ ਦੀ ਰਿਐਕਸ਼ਨ ਤੁਸੀਂ NaI ਦੇ ਨਾਲ ਕਰਦੇ ਹੋ in the presence of acetone, ਤਾਂ ਜੋ ਤੁਹਾਡਾ ਇੱਥੇ ਬ੍ਰੋਮੀਨ ਹੈ that will be replaced by your iodide and ਤੁਹਾਡਾ ਨਾਲ ਪ੍ਰੋਡਕਟ ਕੀ ਬਣੇਗਾ, NaBr। ਹੁਣ ਦੇਖੋ ਇੱਥੇ ਤੁਹਾਨੂੰ ਮੇਨਲੀ ਸਮਝਣ ਵਾਲੀ ਦਿੱਕਤ ਕੀ ਹੈ ਕਿ ਇੱਥੇ ਏਦਾਂ ਕਿਉਂ ਹੋ ਰਿਹਾ ਹੈ, ਇੱਥੇ ਹੈਲੋਜਨ ਨੂੰ ਐਕਸਚੇਂਜ ਹੋਣ ਦੀ ਜ਼ਰੂਰਤ ਕੀ, ਕਿ ਦੇਖੋ ਇਹ ਐਕਸਚੇਂਜ ਕਿਉਂ ਹੁੰਦਾ ਹੈ। ਦੇਖੋ ਇੱਥੇ ਤੁਹਾਡਾ ਸੋਡੀਅਮ ਆਇਓਡਾਈਡ, ਤਾਂ ਤੁਹਾਨੂੰ ਪਤਾ ਹੈ ਸੋਡੀਅਮ ਤੇ ਆਇਓਡਾਈਡ ਦੇ ਵਿੱਚ ਕੀ ਹੈ, ਸਾਈਜ਼ ਡਿਫਰੈਂਸ ਬਹੁਤ ਜ਼ਿਆਦਾ ਹੈ, ਸਾਈਜ਼ ਡਿਫਰੈਂਸ ਕੀ ਹੈ, ਲਾਰਜ ਹੈ। ਤਾਂ ਸਾਈਜ਼ ਡਿਫਰੈਂਸ ਲਾਰਜ ਹੋਣ ਕਰਕੇ ਇਹਨਾਂ ਦਾ ਜੋ ਲੈਟਿਸ એનર્ਜੀ ਹੈ ਨਾ, ਉਹ ਕੀ ਹੁੰਦੀ ਹੈ, ਉਨੀ ਜ਼ਿਆਦਾ ਹਾਈ ਨਹੀਂ ਹੁੰਦੀ, ਤਾਂ ਇਹ ਈਜ਼ੀਲੀ ਕਲੀਵ ਕਰ ਜਾਂਦੇ ਨੇ, ਲੈਟਿਸ એનર્ਜੀ ਕੋਈ ਬਹੁਤੀ ਹਾਈ ਨਹੀਂ ਹੁੰਦੀ। ਬਟ ਜੋ ਤੁਹਾਡਾ NaCl ਹੈ, ਕਿਉਂਕਿ ਇਹਨਾਂ ਦਾ ਜੋ ਕ੍ਰਿਸਟਲ ਸਿਸਟਮ ਹੁੰਦਾ ਹੈ NaCl ਦਾ, ਸਾਈਜ਼ ਕੀ ਹੁੰਦਾ ਹੈ ਦੋਨਾਂ ਦਾ, ਕੰਪੈਰੀਬਲ ਹੈ। ਕੰਪੈਰੀਬਲ ਹੋਣ ਕਰਕੇ ਇਹਨਾਂ ਦੀ ਜੋ ਲੈਟਿਸ એનર્ਜੀ ਹੈ ਉਹ ਬਹੁਤ ਹੀ ਜ਼ਿਆਦਾ ਹਾਈ ਹੁੰਦੀ ਹੈ, ਹਾਈ ਹੋਣ ਕਰਕੇ ਇਹਨਾਂ ਨੂੰ ਤੋੜਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਸੋ दैट मीन्स जो आपका जो थोड़ा NaCl ਦਾ ਜੋ ਬੌਂਡ ਹੈ ਉਹ ਜ਼ਿਆਦਾ ਸਟਰੋਂਗ ਹੈ, ਜਾਂ ਜੋ ਤੁਹਾਡਾ NaBr ਦਾ ਬੌਂਡ ਹੈ ਉਹ ਜ਼ਿਆਦਾ ਸਟਰੋਂਗ ਹੈ, ਮੋਰ ਸਟਰੋਂਗਰ ਦੈਨ NaI ਬੌਂਡ। ਤੇ ਅਗਰ ਕੋਈ ਚੀਜ਼ ਜ਼ਿਆਦਾ ਸਟੇਬਲ ਹੈ
ਤਾਂ ਸਟੇਬਲ ਅਗਰ ਹੁੰਦੀ ਹੈ ਤਾਂ ਉਹ ਕੀ ਕਰਦੀ ਹੈ, ਤੁਹਾਡੀ એનર્ਜੀ ਨੂੰ ਰਿਲੀਜ਼ ਕਰਦੀ ਹੈ, ਰਿਐਕਸ਼ਨ ਸਪੌਂਟੇਨੀਅਸ ਹੋ ਜਾਂਦੀ ਹੈ। ਤਾਂ ਕਰਕੇ ਇੱਥੇ ਕੀ ਹੈ, ਤੁਹਾਡੇ ਹੈਲੋਜਨ ਕੀ ਹੋ ਰਹੇ ਨੇ, ਐਕਸਚੇਂਜ ਹੋ ਰਹੇ। ਲਾਸਟ ਮੈਥਡ ਲਿਖ ਲਓ, ਲਾਸਟ ਮੈਥਡ ਲਿਖ ਲਓ, ਫਰੋਮ ਸਿਲਵਰ ਸਾਲਟ ਆਫ, ਫਰੋਮ ਸਿਲਵਰ ਸਾਲਟ ਆਫ ਕਾਰਬੋਕਸਿਲਿਕ ਐਸਿਡ, ਜਾਂ ਜਿਸ ਨੂੰ ਆਪਾਂ ਫੈਟੀ ਐਸਿਡਸ ਵੀ ਬੋਲਦੇ ਹਾਂ। ਤਾਂ ਇਹਦੇ ਵਿੱਚ ਕੀ ਹੈ, ਆਪਾਂ ਕਾਰਬੋਕਸਿਲਿਕ ਐਸਿਡ ਦੇ ਸਿਲਵਰ ਸਾਲਟ ਲੈਂਦੇ ਹਾਂ। ਕੋਈ ਵੀ ਇੱਕ ਐਗਜ਼ਾਮਪਲ ਜਨਰਲੀ ਮੈਂ ਚੱਕ ਲੈਣਾ ਹਾਂ। ਫੋਰ ਐਗਜ਼ਾਮਪਲ ਮੈਂ ਲੈ ਲਿਆ CH3, CH2, C double bond O, O negative, Ag positive, that is the silver salt of carboxylic acid। अगर मैं इसकी रिएक्शन Br2 in the presence of CCl4 under heating ਕਰਾਂ, ਤਾਂ ਦੇਖੋ ਇੱਥੇ ਹੀਟ ਹੋ ਰਿਹਾ ਹੈ, ਤਾਂ ਇੱਥੇ ਜੋ ਮਕੈਨਿਜ਼ਮ ਫੋਲੋ ਹੋਏਗਾ ਉਹ ਤੁਹਾਡਾ ਕਿਹੜਾ ਮਕੈਨਿਜ਼ਮ ਹੋਏਗਾ, ਤੁਹਾਡਾ ਫ੍ਰੀ ਰੈਡੀਕਲ ਮਕੈਨਿਜ਼ਮ ਹੋਏਗਾ। ਜਿੱਦਾਂ ਕਿ ਹੁਣੇ ਤੁਸੀਂ ਆਪਾਂ ਡਿਸਕਸ ਕੀਤਾ ਹੈ ਕਿ ਜੋ ਤੁਹਾਡਾ ਸਿਲਵਰ ਹੈ ਤੇ ਜਦੋਂ ਬ੍ਰੋਮੀਨ ਦਿਖ ਜੇ, ਹਨਾ, ਹੈਲੋਜਨ ਦਿਖ ਜੇ, ਤਾਂ ਤੁਸੀਂ ਹੈਲੋਜਨ ਤੇ ਬ੍ਰੋਮੀਨ ਦਾ ਕੀ ਦਿਖਾ ਦੇਣਾ ਹੈ, ਬੌਂਡ ਬਣਾ ਦੇਣਾ ਹੈ। ਤਾਂ ਇੱਥੇ ਕੀ ਬਣ ਜਾਏਗਾ ਤੁਹਾਡਾ, ਇੱਥੇ AgBr। ਸੈਕਿੰਡ ਇੰਪੋਰਟੈਂਟ ਪੁਆਇੰਟ, ਹੀਟ ਕਰ ਰਹੇ ਹੋ, ਹੀਟ ਕਰਨ ਤੇ ਤੁਹਾਡੀਆਂ ਜੋ ਗੈਸਿਸ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ, ਰਿਲੀਜ਼ ਹੁੰਦੀਆਂ ਨੇ। ਤਾਂ ਇੱਥੇ ਕੀ ਹੋ ਸਕਦਾ ਹੈ, ਜੋ ਤੁਹਾਡੀ ਕਾਰਬਨ ਡਾਈਆਕਸਾਈਡ ਗੈਸ ਹੈ, ਇੱਥੇ ਕੀ ਹੈ, ਤੁਹਾਡੀ ਜੋ ਕਾਰਬਨ ਡਾਈਆਕਸਾਈਡ ਗੈਸ ਹੈ ਉਹ ਇਮੀਡੀਏਟਲੀ ਲੀਵ ਕਰ ਸਕਦੀ ਹੈ। ਰੀਜ਼ਨ ਕੀ ਹੈ, ਹੀਟ ਕਰਨ ਤੇ ਗੈਸਿਸ ਕੀ ਹੁੰਦੀਆਂ ਨੇ, ਰਿਲੀਜ਼ ਹੋ ਜਾਂਦੀਆਂ ਨੇ, ਕਿਉਂਕਿ ਜੋ ਤੁਹਾਡਾ ਥਰਮੋਡਾਇਨਾਮਿਕਸ ਦਾ ਸੈਕਿੰਡ ਲੋ ਹੈ ਉਹ ਕੀ ਕਹਿੰਦਾ ਹੈ, ਐਂਟਰੋਪੀ ਤੁਹਾਡੀ ਸਿਸਟਮ ਦੀ ਇਨਕਰੀਜ਼ ਕਰਨੀ ਚਾਹੀਦੀ ਹੈ। ਯੂਨੀਵਰਸ ਦੇ ਵਿੱਚ ਹਰ ਇੱਕ ਸਿਸਟਮ ਉਹ ਸਪੌਂਟੇਨੀਅਸ ਹੋਏਗਾ ਜਿਸ ਦੀ ਐਂਟਰੋਪੀ ਤੁਹਾਡੀ ਜ਼ਿਆਦਾ ਹੋਏਗੀ, ਤੇ ਗੈਸ ਰਿਲੀਜ਼ ਕਰਨ ਦੇ ਨਾਲ ਸਿਸਟਮ ਦੀ ਐਂਟਰੋਪੀ ਇਨਕਰੀਜ਼ ਹੁੰਦੀ ਹੈ। ਤਾਂ ਕਰਕੇ ਜਦੋਂ ਹੀ ਹੀਟ ਕੀਤਾ ਇਮੀਡੀਏਟਲੀ ਤੁਹਾਡੀ ਗੈਸ ਰਿਲੀਜ਼ ਹੋ ਗਈ, ਬਚਿਆ ਕੀ, ਤੁਹਾਡਾ CH3 CH2 ਤੇ ਇੱਕ Br ਬਚ ਗਿਆ, ਉਹਨਾਂ ਦਾ ਕੀ ਬਣਾ ਦਿਓ ਤੁਸੀਂ, ਬੌਂਡ ਬਣਾ ਦਿਓ। ਸੋ ਦੈਟ ਮੀਨਸ ਇਸ ਤਰ੍ਹਾਂ ਤੁਹਾਡਾ ਇੱਥੇ ਰਿਐਕਸ਼ਨ ਕਰਕੇ ਤੁਹਾਡਾ ਇਸ ਤਰ੍ਹਾਂ ਤੁਸੀਂ ਪ੍ਰੋਡਕਟ ਦੀ ਫਾਰਮੇਸ਼ਨ ਕਰ ਸਕਦੇ ਹੋ। ਤੇ ਜੋ ਤੁਹਾਡਾ ਇੱਥੇ ਪ੍ਰੋਡਕਟ ਮਕੈਨਿਜ਼ਮ ਹੁੰਦਾ ਹੈ ਉਹ ਕੀ ਹੁੰਦਾ ਹੈ, ਤੁਹਾਡਾ ਫ੍ਰੀ ਰੈਡੀਕਲ ਮਕੈਨਿਜ਼ਮ ਹੁੰਦਾ ਹੈ। ਹੁਣ ਇੱਕ ਪੁਆਇੰਟ ਹੋਰ ਇੰਪੋਰਟੈਂਟ ਇਹਦੇ ਵਿੱਚ ਹੈ ਕਿ ਜਦੋਂ ਤੁਸੀਂ ਇੱਥੇ ਜੋ ਤੁਹਾਡਾ ਸਾਲਟ ਹੈ ਤੇ ਜੋ ਤੁਹਾਡਾ ਇੱਥੇ ਬ੍ਰੋਮੀਨ ਹੈ, ਅਗਰ ਤੁਸੀਂ ਇਸ ਦੀ ਜੋ ਰੇਸ਼ੋ ਲੈਣੇ ਹੋ, ਅਗਰ ਦੋਨਾਂ ਦੀ ਜੋ ਰੇਸ਼ੋ ਹੈ ਉਹ 1:2 ਹੈ, ਅਗਰ ਇੱਥੇ ਤੁਹਾਡੇ ਕਾਰਬੋਕਸਿਲਿਕ ਸਾਲਟ ਦੀ ਰੇਸ਼ੋ 1 ਹੈ ਤੇ ਬ੍ਰੋਮੀਨ ਦੀ ਰੇਸ਼ੋ 2 ਹੈ, ਮਤਲਬ 1:2 ਦੇ ਵਿੱਚ ਲੈਣੇ ਹੋ, ਤਾਂ ਇਸ ਰਿਐਕਸ਼ਨ ਨੂੰ ਆਪਾਂ ਨਾਮ ਦਿੰਦੇ ਹਾਂ ਬੋਰੋਡਿਨ ਹੁਨਸਡੀਕਰ ਰਿਐਕਸ਼ਨ, ਬੋਰੋਡਿਨ ਹੁਨਸਡੀਕਰ ਰਿਐਕਸ਼ਨ। ਤਾਂ ਇਸ ਨੂੰ ਆਪਾਂ ਨਾਮ ਦਿੰਦੇ ਹਾਂ ਬੋਰੋਡਿਨ ਹੁਨਸਡੀਕਰ ਰਿਐਕਸ਼ਨ। ਬਟ ਅਗਰ ਇਸ ਦੇ ਆਪੋਜ਼ਿਟ ਤੁਹਾਡਾ ਜੋ ਰੇਸ਼ੋ ਹੈ, ਇਫ ਰੇਸ਼ੋ ਤੁਹਾਡੀ ਕੀ ਬਣ ਜੇ 2:1, ਅਗਰ ਰੇਸ਼ੋ ਕੀ ਬਣ ਜੇ 2:1, ਸੋ ਦੈਟ ਮੀਨਸ ਅਗਰ ਤੁਸੀਂ ਇੱਥੇ 2 ਮੋਲ ਸਿਲਵਰ ਦੇ ਸਾਲਟ ਲੈ ਲਓ, ਦੈਟ ਮੀਨਸ ਸਿਲਵਰ ਸਾਲਟ ਜ਼ਿਆਦਾ ਹੋ ਗਏ, ਹੈ ਨਾ, ਤਾਂ ਇੱਥੇ ਤੁਹਾਡਾ ਹੁਣ ਜੋ ਪ੍ਰੋਡਕਟ ਬਣੇਗਾ, ਇੱਥੇ ਜੋ ਤੁਹਾਡਾ ਪ੍ਰੋਡਕਟ ਬਣਦਾ ਹੈ ਉਹ ਤੁਹਾਡਾ ਐਲਕਾਈਲ ਹੈਲਾਈਡ ਫਾਰਮ ਨਹੀਂ ਹੁੰਦਾ। ਇੱਥੇ ਹੁਣ ਤੁਹਾਡਾ ਕੀ ਜਨਰੇਟ ਹੁੰਦਾ, ਤੁਹਾਡਾ ਇੱਥੇ ਐਸਟਰ ਫਾਰਮ ਹੁੰਦਾ ਹੈ। ਇੱਥੇ ਕੀ ਜਨਰੇਟ ਹੁੰਦਾ ਹੈ, ਤੁਹਾਡਾ ਐਸਟਰ ਜਨਰੇਟ ਹੁੰਦਾ ਹੈ। ਬਾਕੀ ਜੋ ਸਾਈਡ ਪ੍ਰੋਡਕਟ ਨੇ ਉਹ ਐਜ਼ ਇਟ ਇਜ਼ ਬਣਦੇ ਨੇ। ਇੱਥੇ ਕੀ ਜਨਰੇਟ ਹੋਏਗਾ, ਤੁਹਾਡਾ ਐਸਟਰ। ਰੀਜ਼ਨ ਕੀ ਹੈ, ਕਿਉਂਕਿ ਮਕੈਨਿਜ਼ਮ ਕੀ ਹੁੰਦਾ, ਫ੍ਰੀ ਰੈਡੀਕਲ। ਤਾਂ ਜੋ ਇੱਥੇ ਤੁਹਾਡਾ ਆਰ ਦੇ ਨਾਲ ਰੈਡੀਕਲ ਜਨਰੇਟ ਹੋਣਗੇ, ਇੱਥੇ ਦੇਖੋ ਕੀ ਜਨਰੇਟ ਹੋਏਗਾ, ਇੱਕ ਤਾਂ ਤੁਹਾਡੇ ਕੋਲ ਆਹ ਰੈਡੀਕਲ ਜਨਰੇਟ ਹੋਏਗਾ ਤੇ ਇੱਕ ਕੀ ਹੋ ਸਕਦਾ ਹੈ, ਇੱਥੇ ਕਾਰਬਨ ਡਾਈਆਕਸਾਈਡ ਰਿਲੀਜ਼ ਹੋ ਜੇ ਦੂਸਰੇ ਮੋਲੀਕਿਊਲ ਤੋਂ, ਤੇ ਉਹ ਕੀ ਜਨਰੇਟ ਕਰ ਸਕਦਾ ਹੈ, ਜਦੋਂ ਇੱਥੇ ਕਾਰਬਨ ਡਾਈਆਕਸਾਈਡ ਗੈਸ ਰਿਲੀਜ਼ ਹੋਏਗੀ ਤਾਂ ਇਹ ਕੀ ਜਨਰੇਟ ਕਰ ਸਕਦਾ, ਇੱਥੇ ਆਰ ਰੈਡੀਕਲ। ਤਾਂ ਜੋ ਤੁਹਾਡਾ ਇੱਥੇ ਆਹ ਹੈ ਤੇ ਜੋ ਤੁਹਾਡਾ ਇੱਥੇ ਆਰ ਰੈਡੀਕਲ ਹੈ, ਇਹ ਆਪਸ ਵਿੱਚ ਕੰਬਾਈਨ ਕਰਕੇ ਕੀ ਜਨਰੇਟ ਕਰ ਸਕਦੇ ਨੇ, ਤੁਹਾਡਾ ਇੱਥੇ ਐਸਟਰ। ਤਾਂ ਜਦੋਂ ਤੁਹਾਡਾ ਇੱਥੇ ਕਾਰਬੋਕਸਿਲਿਕ ਐਸਿਡ ਦਾ ਜੋ ਸਾਲਟ ਹੈ ਉਹ 2 ਮੋਲ ਤੇ ਜੋ ਤੁਹਾਡਾ ਬ੍ਰੋਮੀਨ ਹੈ ਦੈਟ ਇਜ਼ ਇਨ ਦਾ 1:2, 2:1 ਦੇ ਵਿੱਚ ਹੁੰਦੇ ਨੇ, ਤਾਂ ਆਪਾਂ ਇਸ ਨੂੰ ਰਿਐਕਸ਼ਨ ਨੂੰ ਨਾਮ ਦਿੰਦੇ ਹਾਂ ਤੁਹਾਡਾ ਬੀਰਬੋਮ ਸਿਮੋਨੀਨੀ ਰਿਐਕਸ਼ਨ, ਬੀਰਬੋਮ ਸਿਮੋਨੀਨੀ ਰਿਐਕਸ਼ਨ। ਸੋ ਦਿਸ ਇਜ਼ ਦਾ name of the reaction। ਇੱਥੇ ਤੁਹਾਡਾ ਐਸਟਰ ਫਾਰਮ ਹੁੰਦਾ ਹੈ, ਹੋਏਗਾ ਤੁਹਾਡਾ ਫ੍ਰੀ ਰੈਡੀਕਲ ਮਕੈਨਿਜ਼ਮ।